ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਤੇ ਸੰਗਤ ਜੀ, ਸ਼ਨੀਵਾਰ ਦਾ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਇਤਿਹਾਸ ਨਾਲ ਕਨੈਕਟਡ ਹੈ ਜੀ। ਤੇ ਸਿੱਖ ਮਿਸਲਾਂ ਦਾ ਇਤਿਹਾਸ ਅੱਜ ਦਾ ਸਾਡਾ ਵਿਸ਼ੇ ਹੈ, ਜਿਸ ਦੇ ਚਾਨਣ ਪਾ ਰਹੇ ਨੇ ਗਿਆਨੀ ਗੁਰਮੁਖ ਸਿੰਘ ਜੀ ਖਾਲਸਾ, ਪ੍ਰਚਾਰਕ SGPC। ਤੇ ਗਿਆਨੀ ਜੀ ਸਾਨੂੰ ਸਿੱਖ ਮਿਸਲਾਂ ਦੀ ਹਿਸਟਰੀ, ਕਿਸ ਤਰ੍ਹਾਂ ਸ਼ੁਰੂਆਤ ਹੋਈ, ਕਿਸ ਤਰ੍ਹਾਂ ਉਹ ਡਿਵੈਲਪ ਹੋਈਆਂ, ਤੇ ਹੁਣ ਅਸੀਂ ਉੱਥੋਂ ਤੋਂ ਲੈ ਕੇ ਇੱਥੇ ਦਾ ਸਫ਼ਰ ਥੋੜ੍ਹਾ ਬਹੁਤ ਜੋ ਗਿਆਨੀ ਜੀ ਨੇ ਪ੍ਰਪੇਅਰ ਕੀਤਾ ਹੈ ਉਹ ਅੱਜ ਚਾਨਣ ਪਾਉਣਗੇ ਜੀ ਇਹਦੇ ਤੇ। ਤੇ ਗਿਆਨੀ ਜੀ, ਅਸੀਂ ਕਲਾਸ ਨੂੰ ਸਟਾਰਟ ਕਰਦੇ ਹਾਂ ਜੀ। ਓਵਰ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਦੇ ਨਾਲ ਜੁੜ ਰਹੇ ਗੁਰਸਿੱਖ ਪਿਆਰ ਵਾਲਿਓ, ਅੱਜ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਹਾਜ਼ਰੀ ਲਵਾਉਂਦਿਆਂ ਹੋਇਆਂ ਗੁਰਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਕਲਾਸ ਦੇ ਵਿੱਚ ਅਸੀਂ ਸਿੱਖ ਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਬਾਅਦ ਜੋ ਦੁਖਾਂਤ ਭਰੇ ਸਮੇਂ ਦੇ ਵਿੱਚ ਸਿੱਖ ਰਾਜ ਦੀ ਸ਼ੁਰੂਆਤ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ, ਉਸ ਤੋਂ ਬਾਅਦ ਸਿੱਖਾਂ ਦੇ ਨਾਲ ਬਹੁਤ ਤਸ਼ੱਦਦ ਹੋਇਆ। ਸਿੱਖਾਂ ਨੇ ਘਰ ਘਾਟ ਉਜਾੜੇ ਗਏ, ਜੰਗਲ ਬਿਆਬਾਨਾਂ ਦੇ ਵਿੱਚ ਗੁਜ਼ਾਰ ਕੇ ਸਮਾਂ ਆਪਣਾ ਗੁਜ਼ਾਰਿਆ। ਉਹਨਾਂ ਦੀਆਂ ਵਿਚਾਰਾਂ ਅਸੀਂ ਕਰ ਚੁੱਕੇ ਹਾਂ। ਫਿਰ ਛੇਵਾਂ ਵਾਹਿਗੁਰੂ ਛੋਟਾ ਘੱਲੂਘਾਰਾ ਹੁੰਦਾ ਹੈ। ਛੋਟੇ ਘੱਲੂਘਾਰੇ ਦੇ ਵਿੱਚ ਇੱਕ ਹੀ ਸਮੇਂ ਦੇ ਵਿੱਚ ਇੱਥੋਂ ਤੱਕ ਕਿ 10,000 ਦੇ ਕਰੀਬ ਇੱਕੋ ਦਿਨ ਦੇ ਵਿੱਚ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਾਹਨੂੰਵਾਨ ਦੇ ਛੰਭ ਦੇ ਵਿੱਚ ਹੁੰਦਾ ਹੈ ਕੋਪਰ ਹੀੜੇ, ਤੇ ਉਸ ਤੋਂ ਬਾਅਦ ਕਾਹਨੂੰਵਾਨ ਦੇ ਛੰਭ ਤੋਂ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ। ਉਸ ਤੋਂ ਬਾਅਦ ਸਿੱਖਾਂ ਨੇ ਇੱਕ ਪ੍ਰਕਰਣ ਸ਼ੁਰੂਆਤ ਕੀਤੀ। 1 ਸਾਲ ਦੇ ਬਾਅਦ ਹੀ ਸਿੱਖਾਂ ਨੇ 1747 ਦੇ ਵਿੱਚ ਵਿਸਾਖੀ ਦੇ ਮੌਕੇ ਤੇ ਸਰਬੱਤ ਖਾਲਸਾ ਇਕੱਠਾ ਕੀਤਾ। ਉਸ ਦੇ ਵਿੱਚ ਮਤਾ ਪਾਇਆ ਗਿਆ ਅੰਮ੍ਰਿਤਸਰ ਦੇ ਸੁਰੱਖਿਅਤ ਰੱਖਣ ਵਾਸਤੇ ਇੱਕ ਕਿਲ੍ਹਾ ਉਸਾਰਿਆ ਬਣਾਇਆ ਜਾਵੇ, ਜਿਸ ਨੂੰ ਰਾਮ ਰੌਣੀ ਦੇ ਨਾਂ ਦੇ ਨਾਲ ਜੋ ਕਿ ਸਥਾਪਿਤ ਹੋਇਆ, ਪ੍ਰਸਿੱਧ ਹੋਇਆ। ਲਖਪਤ ਰਾਏ ਦਾ ਸਾਰਾ ਹੰਕਾਰ ਸਿੱਖਾਂ ਨੇ ਖਤਮ ਕਰ ਦਿੱਤਾ। ਸਿੱਖਾਂ ਨੇ 1748 ਦੀ ਵਿਸਾਖੀ ਅੰਮ੍ਰਿਤਸਰ ਦੇ ਵਿੱਚ ਜੋ ਦਿਨ ਮਨਾਇਆ, ਜੋ ਸਰਬੱਤ ਖਾਲਸਾ ਸੱਦਿਆ, ਜਿਸ ਦੇ ਵਿੱਚ ਜਿਹੜਾ ਪਹਿਲਾਂ ਬੁੱਢਾ ਦਲ ਤੇ ਤਰਨਾ ਦਲ ਸੀ, ਉਸ ਤੋਂ ਬਦਲ ਕੇ ਸਿੱਖਾਂ ਨੇ 11 ਮਿਸਲਾਂ ਦੇ ਵਿੱਚ ਖਾਲਸਾ ਰਾਜ ਨੂੰ ਵੰਡਿਆ। ਵੱਖ-ਵੱਖ ਮਿਸਲਾਂ ਨੂੰ ਜਦੋਂ ਆਪਣੇ ਆਪਣੇ ਇਲਾਕੇ ਦੇ ਵਿੱਚ ਵੰਡ ਕਰਕੇ ਇਹਨਾਂ ਨੂੰ ਵੱਖ-ਵੱਖ ਇਲਾਕੇ ਦੇਣਾ ਕੀਤੇ। ਮਿਸਲ ਆਹਲੂਵਾਲੀਆ, ਮਿਸਲ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਮਿਸਲ ਵੀ ਆਖਿਆ ਜਾਂਦਾ ਹੈ। ਤੀਸਰੀ ਮਿਸਲ ਸ਼ੁਕਰ ਚੱਕਰੀਆ, ਚੌਥੀ ਮਿਸਲ ਭੰਗੀਆਂ, ਮਿਸਲ ਨਿਸ਼ਾਨਾ ਵਾਲੀ, ਮਿਸਲ ਘਨਈਆ, ਮਿਸਲ ਨਕਈ, ਮਿਸਲ ਡੱਲੇਵਾਲੀਆ, ਮਿਸਲ ਸ਼ਹੀਦਾਂ, ਮਿਸਲ ਕਰੋੜ ਸਿੰਘੀਆ, ਮਿਸਲ ਰਾਮਗੜੀਆ, ਤੇ ਜੋ ਕਿ ਪਟਿਆਲੇ ਵਾਲੇ ਸਰਦਾਰ ਆਲਾ ਸਿੰਘ ਉਹਨਾਂ ਨੂੰ ਮਿਸਲ ਫੂਲਕੀਆ ਮਿਸਲ ਵੀ ਆਖਿਆ ਜਾਂਦਾ ਹੈ। ਅਸਲ ਦੇ ਵਿੱਚ ਜਦੋਂ ਅਸੀਂ ਮਿਸਲ ਦੀ ਗੱਲ ਕਰਦੇ ਹਾਂ, ਮਿਸਲ ਸ਼ਬਦ ਜੋ ਹੈ ਵਿਦਵਾਨਾਂ ਨੇ ਕਈ ਅਰਥ ਕੀਤੇ ਹਨ, ਪਰ ਇਸ ਦੇ ਮੁੱਖ ਤੌਰ ਦੇ ਅਰਥ 2 ਅਰਥ ਆ ਰਹੇ ਹਨ। ਇਹ ਕਿ ਮਿਸਲ ਅਰਬੀ ਤੇ ਫਾਰਸੀ ਦਾ ਸ਼ਬਦ ਹੈ। ਇਸ ਦਾ ਭਾਵ ਹੈ ਕਿ ਫਾਈਲ ਜਾਂ ਖੁੱਲੇ ਕਾਗਜ਼ਾਂ ਦਾ ਸਮੂਹ ਜਾਂ ਸਮੁੱਚਾ ਸਮੂਹ, ਕਿਉਂਕਿ ਜਥੇ ਦਾ ਕਾਰਗੁਜ਼ਾਰੀ ਦਾ ਵੇਰਵਾ ਅਕਾਲ ਤਖਤ ਸਾਹਿਬ ਉੱਤੇ ਰੱਖਿਆ ਜਾਂਦਾ ਸੀ। ਸਾਲ ਇੱਕ ਦਾ ਭਾਵ ਕਿ ਜਾਂ ਤੇ ਦੀਵਾਲੀ ਦੇ ਉੱਤੇ ਸਿੱਖਾਂ ਦਾ ਇਕੱਠ ਹੁੰਦਾ ਸੀ ਅਕਾਲ ਤਖਤ ਸਾਹਿਬ ਦੇ ਉੱਤੇ, ਜਾਂ ਫਿਰ ਵਿਸਾਖੀ ਦੇ ਦਿਹਾੜੇ ਦੇ ਉੱਤੇ ਸਿੰਘਾਂ ਦਾ ਇਕੱਠ ਹੁੰਦਾ ਸੀ। ਤੇ ਇਸ ਸਮੇਂ ਦੇ ਵਿੱਚ
ਸਿੰਘਾਂ ਦੀ ਜਿੰਨੀ ਵੀ ਕਾਰਗੁਜ਼ਾਰੀ ਹੁੰਦੀ ਸੀ ਉਹ ਸਾਰੀ ਸਿੱਖਾਂ ਦੀ ਅਕਾਲ ਤਖਤ ਦੇ ਉੱਤੇ ਜਥੇਦਾਰ ਦੇ ਕੋਲ ਰੱਖੀ ਜਾਂਦੀ ਸੀ। ਤੇ ਉਹ ਜਿਹੜਾ ਵੀ ਕਾਰਵਾਈ ਇਸ ਦਾ ਜੋ ਹੁੰਦਾ ਸੀ ਉਸ ਨੂੰ ਹੀ ਮਿਸਲ ਆਖਿਆ ਜਾਂਦਾ ਹੈ। ਦੂਜਾ ਅਰਥ ਆਉਂਦਾ ਹੈ ਜਥਾ, ਟੋਲਾ, ਸੈਨਿਕ ਜਾਂ ਟੁਕੜੀ। ਕਵੀ ਸੈਨਾਪਤੀ ਸ਼ੋਭਾ ਗੁਰਸ਼ੋਭਾ ਗ੍ਰੰਥ ਵਿੱਚ ਇਸ ਦੀ ਵਰਤੋਂ ਸ਼ਬਦ ਸਿੱਖ ਇਤਿਹਾਸ ਦੇ ਵਿੱਚ 18ਵੀਂ ਸਦੀ ਦੇ ਸਿੱਖ ਦਸਤਿਆਂ ਲਈ ਵਰਤਿਆ ਜਾਣ ਲੱਗਿਆ। ਇਹਨਾਂ ਨੇ ਆਪਣੀਆਂ ਸ਼ਕਤੀਆਂ ਦੇ ਇਲਾਕਿਆਂ ਨੂੰ ਰਿਆਸਤਾਂ ਬਣਾ ਲਈਆਂ ਸਨ। ਹੁਣ ਦੂਸਰਾ ਇਸ ਦੇ ਵਿੱਚ ਪੁਆਇੰਟ ਆਉਂਦਾ ਹੈ, ਮਿਸਲਾਂ ਵਿੱਚ ਸ਼ਾਮਿਲ ਹੋਣ ਦਾ ਨਿਯਮ ਕੀ ਸੀ। ਅਸਲ ਦੇ ਵਿੱਚ ਇਹਨਾਂ ਮਿਸਲਾਂ ਦੇ ਵਿੱਚ ਹਰ ਅੰਮ੍ਰਿਤਧਾਰੀ ਬਿਨਾਂ ਜਾਤ ਪਾਤ, ਰੰਗ, ਵਰਣ, ਭੇਦ ਦੇ ਸ਼ਾਮਿਲ ਹੋ ਸਕਦਾ ਸੀ। ਪਰ ਉਹਦੀ ਇੱਕ ਸ਼ਰਤ ਸੀ ਕਿ ਉਹ ਚੰਗਾ ਘੋੜਸਵਾਰ ਹੋਵੇ, ਚੰਗਾ ਸ਼ਸਤਰਬਾਜ਼ ਹੋਵੇ, ਸ਼ਸਤਰ ਚਲਾਉਣ ਦੇ ਵਿੱਚ ਨਿਪੁੰਨ ਹੋਵੇ। ਅਸਲੋਂ ਉਹ ਘੋੜਸਵਾਰਾਂ ਦੇ ਦਸਤੇ ਸਨ ਕਿ ਇੱਕ ਮਿਸਲ ਦਾ ਮੈਂਬਰ ਦੂਜੀ ਮਿਸਲ ਦੇ ਵਿੱਚ ਵੀ ਸ਼ਾਮਿਲ ਹੋ ਸਕਦਾ ਸੀ। ਹਰ ਯੋਧੇ ਪਾਸ ਆਪਣਾ ਘੋੜਾ, ਬੰਦੂਕ, ਸ਼ਸਤਰ, 2 ਕੰਬਲ, ਬਰੂਦ ਦੇ ਥੈਲੇ ਅਤੇ ਹੋਰ ਜ਼ਰੂਰੀ ਚੀਜ਼ਾਂ ਮੌਜੂਦ ਹੁੰਦੀਆਂ ਸਨ। ਇਹ ਸਾਰੀਆਂ ਮਿਸਲਾਂ ਸਰਬੱਤ ਖਾਲਸੇ ਦੇ ਹੁਕਮ ਦੇ ਅਧੀਨ ਹੀ ਸਨ। ਜਿਸ ਦਿਨ ਵਿਸਾਖੀ ਤੇ ਦੀਵਾਲੀ ਉੱਤੇ ਅਕਾਲ ਤਖਤ ਇਕੱਤਰਤਾ ਹੁੰਦੀ, ਉਸ ਸਮੇਂ ਮਿਸਲ ਵਿੱਚ 70,000 ਯੋਧੇ ਸ਼ਾਮਲ ਦੱਸੇ ਜਾਂਦੇ ਹਨ। ਕੁਝ ਇਤਿਹਾਸਕਾਰ ਇਹਨਾਂ ਦੀ ਗਿਣਤੀ 2 ਲੱਖ ਤੱਕ ਵੀ ਮੰਨਦੇ ਹਨ। ਇਹ ਮਿਸਲਾਂ ਆਮਦਨ ਦਾ ਮੁੱਢਲਾ ਸਾਧਨ ਲੁੱਟਮਾਰ ਹੀ ਸੀ, ਪਰ ਬਾਅਦ ਦੇ ਵਿੱਚ ਰਾਖੀ ਪ੍ਰਥਾ ਜਾਂ ਰਾਖੀ ਦੀ ਵਿਧੀ ਸ਼ੁਰੂ ਹੋ ਗਈ। ਅਸਲ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਸਿੱਖਾਂ ਦਾ ਰਾਜ ਹੋ ਜਾਂਦਾ ਸੀ, ਉਹ ਆਪਣੀ ਉਪਜ ਦਾ 5ਵਾਂ ਹਿੱਸਾ ਸਿੱਖਾਂ ਨੂੰ ਉਸ ਇਲਾਕੇ ਦੇ ਵਿੱਚੋਂ ਦੇ ਦਿੱਤਾ ਜਾਂਦਾ ਸੀ। ਉਸ ਮਿਸਲ ਦੇ ਜਿਵੇਂ ਵੱਖ-ਵੱਖ ਇਲਾਕਿਆਂ ਦੇ ਵਿੱਚ, ਪੰਜਾਬ ਦੇ ਵਿੱਚ ਕਿ ਯੂਪੀ ਤੇ ਕਿ ਹਰ ਥਾਂ ਦੇ ਉੱਤੇ ਜਿੱਥੋਂ ਤੱਕ ਸਿੱਖ ਰਾਜ ਫੈਲਿਆ ਹੋਇਆ ਸੀ, ਇੱਥੋਂ ਤੱਕ ਇਵੇਂ ਕਹਿ ਲਈਏ ਕਿ ਸਿੱਖ ਰਾਜ ਦਾ ਜੋ ਕਿ ਅਲੀਗੜ੍ਹ ਤੋਂ ਲੈ ਕੇ ਪੰਜਾਬ, ਜਮਰੌਦ ਤੋਂ ਲੈ ਕੇ ਅਲੀਗੜ੍ਹ ਤੋਂ ਲੈ ਕੇ ਤਿੱਬਤ ਤੱਕ ਸਿੱਖਾਂ ਦਾ ਰਾਜ ਫੈਲਿਆ ਹੋਇਆ ਸੀ। ਉਹ ਵੱਖ-ਵੱਖ ਮਿਸਲਾਂ ਦੇ ਜਿੱਥੇ ਵੀ ਆਪਣਾ ਰਾਜ ਕਰਦੇ ਸਨ ਤੇ ਉਸ ਇਲਾਕੇ ਦਾ ਜਿੰਨਾ ਵੀ ਉਸ ਇਲਾਕੇ ਦੇ ਵਿੱਚ ਉਪਜ ਦਾ 5ਵਾਂ ਹਿੱਸਾ ਹੁੰਦਾ, ਉਹ ਸਿੱਖਾਂ ਨੂੰ ਉਹ ਇਲਾਕੇ ਦੇ ਲੋਕ ਦਿੰਦੇ। ਉਹਨਾਂ ਦੇ ਬਦਲੇ ਕੋਈ ਹੋਰ ਮੁਗਲ ਉਹਨਾਂ ਦੀ ਜੋ ਕਿ ਫੌਜ ਉਹਨਾਂ ਦੇ ਨਾਲ ਕੋਈ ਲੜਦਾ ਨਹੀਂ ਸੀ, ਕੋਈ ਤਬਾਹੀ ਨਹੀਂ ਸੀ ਕਰਦਾ, ਕੋਈ ਬਹੂ ਬੇਟੀਆਂ ਨਹੀਂ ਸੀ ਖੋਹ ਕੇ ਲੈ ਜਾਂਦਾ। ਉਹਨਾਂ ਸਾਰਿਆਂ ਦੀ ਰਾਖੀ ਇਹ ਸਿੱਖ ਕੌਮ ਕਰਦੀ ਸੀ। ਇਹ ਸਿੱਖ ਮਿਸਲਾਂ ਵਾਲੇ ਹੀ ਕਰਦੇ ਸਨ। ਇਹਨਾਂ ਵਿੱਚੋਂ ਸਭ ਤੋਂ ਜਿਹੜੀ ਪ੍ਰਮੁੱਖ ਮਿਸਲ ਹੈ, ਇਹਨਾਂ 12 ਮਿਸਲਾਂ ਵਿੱਚ ਪ੍ਰਮੁੱਖ ਹੈ ਆਹਲੂਵਾਲੀਆ ਮਿਸਲ। ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਇੱਕ ਹੈ ਜਿਸ ਦੀ ਸਥਾਪਨਾ ਲਾਹੌਰ ਦੇ ਪਿੰਡ ਆਹਲੂ ਦੇ ਵਾਸੀ ਇੱਕ ਕਲਾਲ ਸਿੱਖ ਸਦਾ ਸਿੰਘ ਨਾਮ ਦਾ ਵੰਸ਼, ਜਿਸ ਦਾ ਨਾਂ ਹੈ ਜੱਸਾ ਸਿੰਘ ਨੇ ਕੀਤੀ ਸੀ, ਜਿਸ ਦਾ ਪਿਓ ਦਾ ਨਾਮ ਬਦਰ ਸਿੰਘ ਸੀ। ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤਪਾਨ ਕਰਕੇ 1712 ਵਿੱਚ ਪੈਦਾ ਹੋਈ ਜੱਸਾ ਸਿੰਘ ਆਹਲੂਵਾਲੀਆ 18ਵੀਂ ਸਦੀ ਵਿੱਚ ਹੋਏ ਸਿੱਖ ਸੰਘਰਸ਼ਾਂ ਦੇ ਮਹੱਤਵਪੂਰਨ ਯੋਗਦਾਨ ਪਾਇਆ। ਨਵਾਬ ਕਪੂਰ ਸਿੰਘ ਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਵਾਂਗ ਹੀ ਪਾਲਿਆ, ਵੱਡਿਆਂ ਕੀਤਿਆ ਔਰ ਜੰਗ ਦੇ ਮੈਦਾਨ ਦੇ ਵਿੱਚ ਹਰ ਥਾਂ ਦੇ ਉੱਤੇ ਉਹਨਾਂ ਦੇ ਨਾਲ ਸਹਾਈ ਹੋਏ। ਸਿੱਖ ਸ਼ਕਤੀ ਬੁੱਢਾ ਦਲ ਤੇ ਤਰਣਾ ਦਲ ਵਿੱਚ ਵੰਡਿਆ ਗਿਆ। ਜਿੱਥੇ ਤਰਣਾ ਦਲ ਦੇ 5 ਜਥਿਆਂ ਵਿੱਚੋਂ ਇੱਕ ਸੀ, ਉੱਥੇ ਸਨ 1748 ਦੀ ਵਿਸਾਖੀ ਵਿੱਚ ਪਹਿਲਾਂ ਤੇ 65 ਸਿੱਖ ਜਥਿਆਂ ਵਿੱਚ ਵੰਡੇ। ਜਥੇ ਦੇ ਵੱਖ-ਵੱਖ ਰੂਪ ਸਨ, ਲੇਕਿਨ ਜਦੋਂ ਸਿੱਖਾਂ ਨੇ, ਨਵਾਬ ਕਪੂਰ ਸਿੰਘ ਨੇ ਇੱਥੇ ਸਾਰੇ ਸਿੰਘਾਂ ਨੂੰ ਇਕੱਤਰਤਾ ਕਰਕੇ ਕੇਵਲ 12 ਮਿਸਲਾਂ ਹੀ ਬਣਾ ਦੇਣੀਆਂ ਕੀਤੀਆਂ ਸਨ। ਉਹਨਾਂ ਦੇ ਵਿੱਚ ਜੱਸਾ ਸਿੰਘ ਨੂੰ ਇੱਕ ਪਹਿਲੀ ਮਿਸਲ ਦਾ ਆਹਲੂਵਾਲੀਆ ਮਿਸਲ ਦਾ ਮੁਖੀ ਥਾਪਿਆ ਗਿਆ। ਦਲ ਖਾਲਸਾ ਨੂੰ ਅੱਗੋਂ 11 ਮਿਸਲਾਂ ਦੇ ਵਿੱਚ ਵੰਡਿਆ ਗਿਆ, ਜਿਨ੍ਹਾਂ ਦੇ ਵਿੱਚੋਂ 6 ਬੁੱਢਾ ਦਲ ਦੇ ਅਧੀਨ ਆਉਂਦੀਆਂ ਸਨ ਤੇ 5 ਤਰੁਣਾ ਦਲ ਦੇ ਅਧੀਨ ਆਉਂਦੀਆਂ ਸਨ। ਇਹਨਾਂ ਮਿਸਲਾਂ ਦਾ ਬੁੱਢਾ ਦਲ ਦੀਆਂ ਮਿਸਲਾਂ ਸ਼ਾਮਲ ਕੀਤਾ ਗਿਆ। ਜੱਸਾ ਸਿੰਘ ਦੀ ਅਗਵਾਈ ਅਧੀਨ ਦਲ ਖਾਲਸਾ ਆਪਣੀ ਸ਼ਕਤੀ ਦਾ ਵਿਸਥਾਰ ਕੀਤਾ। 1753 ਵਿੱਚ ਮੀਰ ਮਨੂੰ ਦੀ ਮੌਤ ਤੋਂ ਪੈਦਾ ਹੋਈ ਅਰਾਜਕਤਾ ਦੀ ਸਥਿਤੀ ਤੋਂ ਲਾਭ ਉਠਾਉਂਦਿਆਂ ਹੋਇਆਂ ਬਹੁਤ ਸਾਰੇ ਇਲਾਕੇ ਜਿੱਤੇ।
ਜਦੋਂ ਮੀਰ ਮੰਨੂ ਨੂੰ ਮਾਰਿਆ ਗਿਆ, ਉਸ ਤੋਂ ਬਾਅਦ ਸਿੱਖਾਂ ਦਾ ਹੱਥ ਖੁੱਲ ਗਿਆ, ਭਾਵੇਂ ਕਿ ਉਹਨਾਂ ਨਾਲ ਸਾਹਮਣੇ ਟੱਕਰ ਦੇਣ ਵਾਲਾ ਕੋਈ ਨਾ ਰਿਹਾ। ਤੇ ਉਸ ਸਮੇਂ ਸਿੱਖਾਂ ਨੇ ਕਾਫੀ ਜ਼ੋਰ ਦੇ ਨਾਲ ਆਪਣੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੂਰਨ ਤੌਰ ਦੇ ਉੱਤੇ ਜਿੱਤ ਰੱਖਣੀ ਕੀਤੀ। 1762 ਵਿੱਚ ਵੱਡੇ ਘੱਲੂਘਾਰੇ ਦੇ ਬਾਵਜੂਦ ਵੀ 2 ਸਾਲ ਬਾਅਦ ਸਰਹੰਦ ਜਿੱਤ ਲਿਆ। ਦੇਖੋ, ਅਸੀਂ ਛੋਟਾ ਘੱਲੂਘਾਰੇ ਦੇ ਬਾਰੇ ਅਸੀਂ ਪੜ੍ਹਿਆ ਸੀ, ਉਦੋਂ ਵਿਚਾਰਿਆ ਸੀ। ਉਸ ਤੋਂ ਬਾਅਦ 1762 ਦੇ ਵਿੱਚ ਫਿਰ ਵੱਡਾ ਘੱਲੂਘਾਰਾ ਵਿੱਚ ਹੁੰਦਾ ਹੈ, ਜਿਹਦੇ ਵਿੱਚ ਤਕਰੀਬਨ 30,000 ਤੋਂ 50,000 ਤੱਕ ਉਸ ਵੱਡੇ ਘੱਲੂਘਾਰੇ ਦੇ ਵਿੱਚ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇੱਥੋਂ ਤੱਕ ਸਿੱਖਾਂ ਦੇ ਘਰ ਘਾਟ ਉਜਾੜ ਦਿੱਤੇ। ਲੇਕਿਨ ਸਿੱਖਾਂ ਨੇ ਫਿਰ ਵੀ ਇੰਨੀ ਹਿੰਮਤ, ਇੰਨੀ ਦਲੇਰੀ ਦੇ ਨਾਲ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰ ਧੀਆਂ ਬਣ ਕੇ, ਇੰਨੀ ਵਫਾਦਾਰੀ ਦੇ ਨਾਲ ਖਾਲਸੇ ਪੰਥ ਦੀ ਅਗਾਂਹ-ਵਧੂ ਸੋਚ ਨੂੰ ਲੈ ਕਰਕੇ ਤੁਰੇ ਕਿ ਉਹਨਾਂ ਨੇ 2 ਸਾਲ ਬਾਅਦ ਹੀ ਸਰਹੰਦ ਜਿੱਤ ਲਿਆ। 1777 ਈਸਵੀ ਵਿੱਚ ਰਾਏ ਇਬਰਾਹਿਮ ਨਾਂ ਦਾ ਭੱਟੀ ਜ਼ਗੀਰਦਾਰ ਨੂੰ ਹਰਾ ਕੇ ਕਪੂਰਥਲਾ ਨਗਰ ਵੀ ਜਿੱਤ ਲਿਆ ਅਤੇ ਉਸ ਨੂੰ ਆਹਲੂਵਾਲੀਆ ਮਿਸਲ ਦਾ ਸਰਦਾਰ ਮੁਕਰਰ ਕਰ ਦਿੱਤਾ। ਇਸ ਮਿਸਲ ਦਾ ਅਧਿਕਾਰ ਖੇਤਰ ਕੋਟ ਈਸਾ ਖਾਂ, ਜਗਰਾਉਂ ਤੇ ਈਸੜੂ, ਫਤਿਹਗੜ੍ਹ ਸਾਹਿਬ ਤੋਂ ਇਲਾਵਾ ਜਲੰਧਰ, ਦੁਆਬਾ, ਸੁਲਤਾਨਪੁਰ ਲੋਧੀ ਤੇ ਆਲੇ ਦੁਆਲੇ ਦੇ ਇਲਾਕੇ ਬਾਰ ਦੁਆਬੀ, ਜੰਡਿਆਲਾ, ਸਠਿਆਲਾ, ਜਲਾਲਾਬਾਦ, ਵੈਰੋਵਾਲ, ਸਰਹਾਲੀ, ਗੋਂਦਵਾਲ, ਤਰਨਤਾਰਨ ਅਤੇ ਖਡੂਰ ਸਾਹਿਬ ਸ਼ਾਮਿਲ ਸਨ। ਇਹਨਾਂ ਤੋਂ ਇਲਾਵਾ ਫਗਵਾੜਾ, ਉੜਮੁੜ, ਟਾਂਡਾ, ਅਹੀਆਪੁਰ ਤੇ ਜ਼ਿਮੀਂਦਾਰਾਂ ਦੇ ਖਿਰਾਜ ਲੈਂਦੇ ਸਨ। 1783 ਵਿੱਚ ਜੱਸਾ ਸਿੰਘ ਆਹਲੂਵਾਲੀਆ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਚਚੇਰੇ ਭਰਾ ਭਾਗ ਸਿੰਘ ਨੂੰ ਮਿਸਲਦਾਰ ਬਣਾਇਆ, ਜਿਸ ਦੀ ਮੌਤ 1801 ਈਸਵੀ ਦੇ ਵਿੱਚ ਹੋਈ। ਉਸ ਦੀ ਮੌਤ ਤੋਂ ਬਾਅਦ ਲੜਕਾ ਫਤਿਹ ਸਿੰਘ ਮਿਸਲ ਦਾ ਗੱਦੀ ਉੱਤੇ ਬੈਠਿਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਜੋ ਪੱਗ ਵੱਟ ਭਰਾ ਬਣਿਆ, ਮਿੱਤਰ ਬਣਿਆ, ਦੋਸਤ ਬਣਿਆ ਤੇ ਉਹਨਾਂ ਨੂੰ ਦੋਸਤਾਂ ਨੂੰ, ਦੋਹਾਂ ਖਾਨਦਾਨਾਂ ਨੂੰ ਆਪਸ ਦੇ ਵਿੱਚ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਮਿਲਾ ਲਿਆ। 1846 ਈਸਵੀ ਤੱਕ ਅੰਗਰੇਜ਼ਾਂ ਦੇ ਰਾਜ, ਜੋ ਕਿ ਹਿੰਦੁਸਤਾਨ ਤੱਕ, ਜਦੋਂ ਪੰਜਾਬ ਦੇ ਵਿੱਚ ਪਹਿਲਾਂ 1810 ਦੇ ਵਿੱਚ ਜਦੋਂ ਸੰਧੀ ਹੁੰਦੀ ਹੈ ਤੇ ਉਸ ਤੋਂ ਬਾਅਦ ਯਾਨੀ ਕਿ ਸਤਲੁਜ ਤੋਂ ਦਰਿਆ ਤੋਂ ਪਾਰ ਨਹੀਂ ਸਨ ਹੋ ਸਕਦੇ। ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਇਲਾਕਾ ਫੇਰ ਜਾ ਕੇ ਅੰਗਰੇਜ਼ਾਂ ਕੋਲ, ਕਪੂਰਥਲੇ ਰਿਆਸਤ ਅੰਗਰੇਜ਼ਾਂ ਦੇ ਸਰਪ੍ਰਸਤ ਆਈ ਤੇ ਫਤਿਹ ਸਿੰਘ ਦੀ ਸੰਤਾਨ 1748 ਵਿੱਚ ਰਿਆਸਤ ਦੀ ਹੁਕੂਮਤ ਚੱਲਦੀ ਰਹੀ। 1948 ਤੱਕ, 1948 ਦੇ ਵਿੱਚ ਪੈਪਸੂ ਦੇ ਕੋਲ ਇਹ ਸ਼ਾਮਿਲ ਹੋ ਗਿਆ। ਇਹ ਰਾਜ ਪਹਿਲਾਂ ਵੱਖਰੇ ਤੌਰ ਤੇ ਚੱਲਦੇ ਰਹੇ। 1948 ਵਿੱਚ ਇਹਨਾਂ ਰਿਆਸਤਾਂ ਨੂੰ ਬਾਅਦ ਦੇ ਵਿੱਚ ਪੈਪਸੂ ਦੇ ਵਿੱਚ ਕਰਕੇ ਇਹਨਾਂ ਨੇ ਇਕੱਠੀਆਂ ਕਰ ਲਈਆਂ। ਦੂਸਰੀ ਮਿਸਲ ਸੀ ਸਿੰਘਪੁਰੀਆ ਮਿਸਲ, ਜਾਂ ਇਸ ਨੂੰ ਫੈਜ਼ਲਪੁਰੀਆ ਵੀ ਆਖਿਆ ਜਾਂਦਾ ਹੈ। ਸਿੰਘਪੁਰੀਆ ਜਾਂ ਫੈਜ਼ਲਪੁਰੀਆ ਮਿਸਲ ਬਹੁਤ ਮਹੱਤਵਪੂਰਨ ਮਿਸਲ ਸੀ। ਇਸ ਮਿਸਲ ਦਾ ਸੰਸਥਾਪਕ ਨਵਾਬ ਵਾਹਿਗੁਰੂ ਸਰਦਾਰ ਕਪੂਰ ਸਿੰਘ ਵਿਰਕ ਸੀ, ਜਿਸ ਦਾ ਜਨਮ 1697 ਵਿੱਚ ਪਾਕਿਸਤਾਨ ਵਿੱਚ ਪੈਦਾ ਹੋਇਆ, ਜੋ ਜ਼ਿਲ੍ਹਾ ਸ਼ੇਖੂਪੁਰ ਦੇ ਵਿੱਚ ਪਿੰਡ ਕਾਲੋ ਵਿਖੇ ਪੈਦਾ ਹੋਇਆ। ਬਾਅਦ ਦੇ ਵਿੱਚ ਸਰਦਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਫੈਜ਼ਲਪੁਰ ਜਿੱਤ ਲਿਆ। ਫੈਜ਼ਲਪੁਰ ਕਪੂਰ ਸਿੰਘ ਫੈਜ਼ਲਪੁਰੀਆ ਕਿਹਾ ਜਾਣ ਲੱਗਾ। ਇਹਦਾ ਨਾਮ ਬਦਲ ਦੇ ਕੇ ਸਿੰਘਪੁਰਾ ਰੱਖ ਦਿੱਤਾ। ਇਸ ਨੂੰ ਮਿਸਲ ਸਿੰਘਪੁਰੀਆ ਮਿਸਲ ਨਾਂ ਦੇ ਨਾਲ ਪੈ ਗਿਆ। ਕਪੂਰ ਸਿੰਘ ਨੇ ਸਿੱਖ ਇਤਿਹਾਸ ਦੀਆਂ ਬੜੀਆਂ ਅਹਿਮ ਘਟਨਾਵਾਂ ਆਪਣੇ ਸਾਹਮਣੇ ਦੇਖੀਆਂ ਸਨ। ਅਜੇ 11 ਵਰ੍ਹਿਆਂ ਦੇ ਸਨ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੋਤੀ ਜੋਤ ਸਮਾਏ। 19 ਵਰ੍ਹਿਆਂ ਦੇ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਿੱਲੀ ਵਿਖੇ 700 ਸਿੰਘਾਂ ਦੇ ਨਾਲ ਸ਼ਹੀਦ ਕੀਤਾ ਗਿਆ। 21 ਸਾਲ ਦੀ ਉਮਰ ਦੇ ਵਿੱਚ ਕਪੂਰ ਸਿੰਘ ਜੀ ਨੇ ਵਿਸਾਖੀ ਦੇ ਮੌਕੇ ਦੇ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਭਾਈ ਮਨੀ ਸਿੰਘ ਦੇ ਕੋਲੋਂ ਅੰਮ੍ਰਿਤ ਪਾਨ ਕੀਤਾ ਤੇ ਜਦੋਂ ਅੰਮ੍ਰਿਤ ਪਾਨ ਕੀਤਾ ਤੇ ਅੰਮ੍ਰਿਤ ਸਿੰਘ ਸੱਜੇ ਤੇ ਇਹ ਪਹਿਲੇ ਕਪੂਰ ਸਿੰਘ ਸਨ ਜੋ ਦਿੱਲੀ ਮਾਤਾ ਸੁੰਦਰੀ ਕੋਲ ਹੀ ਰਹਿੰਦੇ ਸਨ। ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਮਾਤਾ ਜੀ ਹੋਰਾਂ ਨੇ ਇਹਨਾਂ ਨੂੰ ਥਾਪ ਕੇ ਭੇਜ ਦੇਣਾ ਕੀਤਾ
ਤੇ ਉਹਨਾਂ ਦੇ ਕੋਲ ਰਹਿੰਦੇ ਸਨ। ਉਹਨਾਂ ਨੇ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਵਿਖੇ ਇਹਨਾਂ ਨੂੰ ਗੁਰਬਾਣੀ ਦੇ ਨਾਲ ਇਹਨਾਂ ਨੂੰ ਹੋਰ ਜੋੜਨਾ ਕੀਤਾ। ਸਮਾਗਮ ਦੀ ਵਿਸਾਖੀ ਦੀ ਕਾਰਵਾਈ ਭਾਈ ਮਨੀ ਸਿੰਘ ਜੀ ਨੇ ਨਿਭਾਈ, ਜਿਸ ਤੋਂ ਨਵਾਬ ਕਪੂਰ ਸਿੰਘ ਨੇ ਇਹਨਾਂ ਦੇ ਕੋਲੋਂ ਅੰਮ੍ਰਿਤਪਾਨ ਕੀਤਾ। 1733 ਵਿੱਚ ਮਜਬੂਰ ਹੋ ਕੇ ਜ਼ਕਰੀਆ ਖਾਨ ਨੇ ਲਾਈਆਂ ਪਾਬੰਦੀਆਂ ਨੂੰ ਨਰਮ ਕਰ ਦਿੱਤੀਆਂ ਤੇ ਕਿਹਾ ਕਿ ਆਗੂ ਜਿਹਨੂੰ ਨਵਾਬੀ ਦੀ ਉਪਾਧੀ, ਜਿਵੇਂ ਪਿੱਛੇ ਅਸੀਂ ਵਿਚਾਰਿਆ ਸੀ ਕਿ ਨਵਾਬ ਕਪੂਰ ਸਿੰਘ ਨੂੰ ਕਿਵੇਂ ਨਵਾਬੀ ਮਿਲੀ, ਉਸ ਦੇ ਬਾਰੇ ਅਸੀਂ ਵਿਚਾਰਿਆ ਸੀ। ਤੇ ਉਹਨਾਂ ਨੂੰ ਨਵਾਬੀ ਕੋਈ ਨਹੀਂ ਸੀ ਲੈਂਦਾ। ਫਿਰ ਕਪੂਰ ਸਿੰਘ ਜੀ ਜੋ ਕਿ ਘੋੜਿਆਂ ਦੀ ਲਿੱਦ ਸਾਫ਼ ਕਰਦੇ ਪਏ ਸਨ, ਇਹਨਾਂ ਨੂੰ ਨਵਾਬੀ ਉਸ ਸਮੇਂ ਦੇਣਾ ਕੀਤੀ। ਤੇ ਨਵਾਬੀ ਦੇ ਵਿੱਚ ਦੀਪਾਲਪੁਰ, ਕੰਗਨਵਾਲ, ਝਬਾਲ ਪਰਗਨੇ ਦੀ ਜ਼ਮੀਨ ਗੌਰਮੈਂਟ ਵੱਲੋਂ ਜ਼ਕਰੀਆ ਖਾਨ ਦੇ ਵੱਲੋਂ ਇਹਨਾਂ ਨੂੰ ਭੇਟਾ ਕੀਤੀ ਗਈ ਸੀ। ਆਪਸੀ ਸੋਚ ਵਿਚਾਰ ਕੇ ਸਿੱਖ ਜ਼ਕਰੀਆ ਖਾਨ ਨੂੰ ਪੇਸ਼ ਕਰਨਾ ਪ੍ਰਵਾਨ ਕਰ ਲਿਆ। ਸਭ ਨਜ਼ਰਾਂ ਕਪੂਰ ਸਿੰਘ ਵੱਲ ਸਨ, ਸੰਕੇਤ ਕਰ ਰਹੀਆਂ ਸਨ। ਸਰਦਾਰ ਕਪੂਰ ਸਿੰਘ ਨੂੰ ਖਾਲਸਾ ਨੇ ਨਵਾਬੀ ਦੀ ਉਪਾਧੀ ਲਈ ਚੁਣ ਲਿਆ। ਜ਼ਕਰੀਆ ਖਾਨ ਵੱਲੋਂ ਭੇਜੀ ਹੋਈ ਖਿੱਲਤ, ਜਿਸ ਦੇ ਵਿੱਚ ਇੱਕ ਸ਼ਾਲ, ਇੱਕ ਪਗੜੀ, ਇੱਕ ਹੀਰਿਆਂ ਦੀ ਜੜੀ ਕਲਗੀ ਤੇ ਸੋਨੇ ਦੇ ਕੰਗਣ ਤੇ ਇੱਕ ਨੈਕਲਸ ਤੇ ਇੱਕ ਮੋਤੀਆਂ ਦੀ ਮਾਲਾ ਤੇ ਕੀਨ ਖਾਬ ਦੇ ਵਸਤਰ, ਵਧੀਆ ਵਸਤਰ, ਇੱਕ ਜੋੜਾ ਤੇ ਇੱਕ ਸ਼ਮਸ਼ੀਰ ਸ਼ਾਮਲ ਸਨ। ਉਹ ਵੀ ਕਪੂਰ ਸਿੰਘ ਜੀ ਹੋਰਾਂ ਨੂੰ ਦਿੱਤੇ। ਸਰਦਾਰ ਨੇ ਸ਼ੁਰੂਆਤ ਵਿੱਚ ਕਬੂਲ ਤਾਂ ਕਰ ਲਈ, ਲੇਕਿਨ ਕਬੂਲ ਕਰਨ ਲਈ ਆਨਾਕਾਨੀ ਕੀਤੀ, ਪਰੰਤੂ ਪੰਥ ਦੇ ਫੈਸਲੇ ਦੇ ਅੱਗੇ ਉਹ ਨਾ ਟਿਕ ਸਕੇ। ਉਹਨਾਂ ਨੂੰ ਪੰਥ ਦੇ ਉਹ ਹੁਕਮ ਮੰਨਣਾ ਪਿਆ, ਝੁਕਣਾ ਪਿਆ। ਤੇ ਸਰਦਾਰ ਨੇ ਨਿਮਰਤਾ ਦਿਖਾਉਂਦਿਆਂ ਹੋਇਆਂ ਇਹ ਗੱਲ ਆਖਣਾ ਕੀਤੀ ਕਿ ਜੇਕਰ ਇਹ ਖਿੱਲਤ ਮੈਨੂੰ ਦੇਣੀ ਹੈ ਤੇ ਪੰਥ ਦੇ 5 ਪਿਆਰਿਆਂ ਦੇ ਕੋਲੋਂ ਇਹ ਚਰਨਾਂ ਨੂੰ ਛੁਹਾ ਕੇ ਮੈਨੂੰ ਦੇਣਾ ਕੀਤੀ ਜਾਵੇ, ਤਾਂ ਮੈਂ ਇਹ ਜਿਹੜੀ ਹੈ ਇਹ ਮੈਂ ਆਪਣੇ ਕੋਲ ਲਵਾਂਗਾ। ਇੱਕ ਛੋਟੀ ਜਿਹੀ ਇਤਿਹਾਸ ਦੀ ਸਾਖੀ ਜੱਸਾ ਸਿੰਘ ਆਹਲੂਵਾਲੀਆ ਦੀ ਆਉਂਦੀ ਹੈ। ਜਦੋਂ ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਕੋਲ ਆਏ, ਕਿਉਂਕਿ ਮਾਤਾ ਸੁੰਦਰੀ ਜੀ ਦੇ ਕੋਲ ਰਿਹਾ ਕਰਦੇ ਸਨ, ਤੇ ਉਸ ਸਮੇਂ ਛੋਟੀ ਉਮਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਸਨ। ਤੇ ਇਹ ਇੱਥੇ ਆਣ ਕਰਕੇ ਜਦੋਂ ਇਹ ਦਿੱਲੀ ਦੀ ਥੋੜੀ ਬੋਲੀ ਦੇ ਵਿੱਚ ਅਰਬੀ ਦੀ ਬੋਲੀ ਬੋਲਦੇ ਸਨ, ਉਰਦੂ ਦੀ ਬੋਲੀ ਬੋਲਦੇ ਸਨ, ਤੇ ਛੋਟੀ ਉਮਰ ਦੇ ਵਿੱਚ ਸਨ, ਨਵਾਬ ਕਪੂਰ ਸਿੰਘ ਦੇ ਕੋਲ ਆਏ ਤੇ ਥੋੜਾ ਜਿਹਾ ਹਮਕੋ ਤੁਮਕੋ ਇਹਨਾਂ ਦੀ ਭਾਸ਼ਾ ਦੇ ਵਿੱਚ ਥੋੜਾ ਹੈ ਸੀ ਬੋਲੀ ਦੇ ਵਿੱਚ। ਤੇ ਸਾਰੇ ਇਹਨਾਂ ਨੂੰ ਛੋਟੇ ਜਾਣ ਕੇ ਸਾਰੇ ਹਮਕੋ ਤੁਮਕੋ ਕਰਕੇ ਉਹਨਾਂ ਨੇ ਛੇੜਿਆ ਕਰਦੇ ਸਨ। ਤੇ ਇੱਕ ਦਿਨ ਨਵਾਬ ਕਪੂਰ ਸਿੰਘ ਦੇ ਕੋਲ ਜਾ ਕੇ ਜੱਸਾ ਸਿੰਘ ਨੇ ਸ਼ਿਕਾਇਤ ਕੀਤੀ ਕਿ ਮੈਨੂੰ ਸਾਰੇ ਸਿੰਘ ਜਿਹੜੇ ਨੇ ਹਮਕੋ ਤੁਮਕੋ ਕਰਕੇ ਛੇੜਦੇ ਨੇ, ਇਹ ਮੈਨੂੰ ਮੇਰਾ ਨਾਂ ਹੀ ਉਲਟੇ ਕਰਕੇ ਮੈਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ। ਤੇ ਉਸ ਸਮੇਂ ਨਵਾਬ ਕਪੂਰ ਸਿੰਘ ਨੇ ਇੱਕ ਗੱਲ ਆਖਣਾ ਕੀਤੀ, ਕਹਿਣ ਲੱਗੇ ਇਹ ਖਾਲਸਾ ਬੜਾ ਬੇਅੰਤੀ ਹੋ, ਜੇਕਰ ਖਾਲਸੇ ਦੇ ਉੱਤੇ ਖਾਲਸੇ ਦੀ ਰਹਿਮਤ ਤੇਰੇ ਉੱਤੇ ਹੋ ਗਈ ਨਾ, ਮੇਰੇ ਉੱਤੇ ਵੇਖ ਲੈ, ਮੈਂ ਇੱਕ ਲਿੱਦ ਚੁੱਕਣ ਵਾਲਾ, ਘੋੜਿਆਂ ਨੂੰ ਪੱਠੇ ਪਾਉਣ ਵਾਲਾ, ਘੋੜਿਆਂ ਦੀ ਲਿੱਦ ਚੁੱਕਣ ਵਾਲਾ, ਮੈਨੂੰ ਖਾਲਸੇ ਪੰਥ ਨੇ ਨਵਾਬੀ ਦੇ ਦੇਣਾ ਕੀਤੀ ਆ। ਜੇਕਰ ਤੇਰੇ ਉੱਤੇ ਪਤਾ ਨਹੀਂ ਕਿੰਨੀ ਕੁ ਰਹਿਮਤ ਹੋ ਜਾਣੀ ਹੈ ਜੇਕਰ ਤੂੰ ਇਸ ਕਦੇ ਵੀ ਇਹਨਾਂ ਦਾ ਗੁੱਸਾ ਨਾ ਕਰੀ। ਤੇ ਇਹ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਜੱਸਾ ਸਿੰਘ ਆਹਲੂਵਾਲੀਆ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਨੇ ਲੜਦਿਆਂ ਇਹਨਾਂ ਨੂੰ 22 ਫੱਟ ਲੱਗੇ ਸਨ, ਤੇ ਉਸ ਸਮੇਂ ਇਹਨਾਂ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਵੀ ਦੇਣਾ ਕੀਤਾ ਸੀ। ਤੇ ਉਹੀ ਗੱਲ ਨਵਾਬ ਕਪੂਰ ਸਿੰਘ ਜਦੋਂ ਉਲਝਣਾ ਦੇ ਬਹੁਤ ਸਿਆਣੇ ਸੂਝਵਾਨ ਸਨ, ਕਿਉਂਕਿ ਇਹਨਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਵੀ ਕੀਤੇ ਸਨ। ਸਮਾਜ ਦੇ ਜਾਂ ਰਾਜਨੀਤਿਕ ਤੌਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਤਰਾ ਚੜਾਅ ਸਾਰਾ ਕੁਝ ਦੇਖਣਾ ਕੀਤਾ ਸੀ। ਉਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਕਾਰਜ ਦੇਖਣਾ ਕੀਤੇ। ਮੀਰ ਮੰਨੂ ਦਾ ਸਮਾਂ ਦੇਖਿਆ, ਜ਼ਕਰੀਆ ਖਾਨ ਦਾ ਸਮਾਂ ਦੇਖਿਆ,
ਤੇ ਜਦੋਂ ਸਾਰਾ ਕੁਝ ਵੇਖਦਿਆਂ ਹੋਇਆਂ ਪੰਥ ਵਾਲਿਆਂ ਨੇ ਸੋਚਿਆ ਕਿ ਇਹਨਾਂ ਤੋਂ ਯੋਗ, ਨਵਾਬ ਕਪੂਰ ਸਿੰਘ ਤੋਂ ਯੋਗ ਹੋਰ ਕੋਈ ਨਹੀਂ ਹੋ ਸਕਦਾ ਜਿਹੜਾ ਕਿ ਪੰਥ ਨੂੰ ਅਗਾਹੋਂ ਤੋਰ ਕੇ ਜੋ ਕਿ ਅੱਗੇ ਸੋਚ ਸਕਦਾ ਹੋਏ। ਘੋੜਿਆਂ ਦੀ ਲਿੱਦ ਸੁੱਟਦੇ ਸਨ ਤੇ ਨਵਾਬ ਕਪੂਰ ਸਿੰਘ ਨੇ ਸਿੱਖ ਦੇ ਉਲਝਣਾਂ ਦੀ ਪਰੇਸ਼ਾਨੀ ਦੇ ਆਲਮ ਚੋਂ ਬਾਹਰ ਕੱਢਣ ਵਾਸਤੇ ਦਲ ਖਾਲਸੇ ਦਾ ਸੰਗਠਨ ਕੀਤਾ। ਇਹਨਾਂ ਨੇ ਦਲ ਖਾਲਸੇ ਦਾ ਸੰਗਠਨ ਕੀਤਾ ਸੀ। ਬੁੱਢਾ ਦਲ ਤੇ ਤਰਣਾ ਦਲ ਬਣਾਏ ਗਏ ਸਨ। 40 ਸਾਲ ਦੀ ਉਮਰ ਤੱਕ ਦੇ ਜਿੰਨੇ ਸਿੱਖ ਸਨ, 40 ਸਾਲ ਤੋਂ ਘੱਟ ਜਿਹੜੇ ਸਨ, ਉਹਨਾਂ ਨੂੰ ਤਰੁਣਾ ਦਲ, ਤਰੁਣਾ ਤੋਂ ਭਾਵੇਂ ਜਵਾਨ ਸਿੰਘਾਂ ਦਾ ਦਲ, ਤੇ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਬੁੱਢਾ ਦਲ ਦੇ ਵਿੱਚ ਸ਼ਾਮਿਲ ਕਰ ਲਿਆ। ਜਿੰਨੇ ਵੀ ਧਾਰਮਿਕ ਸਥਾਨ ਸਨ ਉਹਨਾਂ ਦੀ ਦੇਖਭਾਲ, ਗੁਰੂ ਘਰ ਦੀਆਂ ਸਿੱਖਿਆਵਾਂ ਪ੍ਰਚਾਰਨ, ਅੰਮ੍ਰਿਤਪਾਨ ਕਰਾਉਣ ਦਾ ਕੰਮ ਜਿਹੜਾ ਸੀ ਬੁੱਢਾ ਦਲ ਨੂੰ ਸੌਂਪਿਆ ਕਿ ਪਿੰਡਾਂ ਦੇ ਵਿੱਚ ਜਾਓ, ਪ੍ਰਚਾਰ ਕਰੋ, ਲੋਕਾਂ ਨੂੰ ਗੁਰਮਤਿ ਦੇ ਨਾਲ ਜੋੜੋ, ਗੁਰਸਿੱਖੀ ਨਾਲ ਜੋੜੋ, ਸੰਥਿਆ ਦਿਓ, ਗੁਰਬਾਣੀ ਸੰਥਿਆ ਦੇ ਨਾਲ ਜੋੜੋ। ਇਹ ਸਾਰਾ ਕਾਰਜ ਬੁੱਢਾ ਦਲ ਦੇ ਸਿੰਘਾਂ ਨੂੰ ਦੇਣਾ ਕੀਤਾ। ਤੇ ਤਰਣਾ ਦਲ ਨੂੰ ਲੋਹਾ ਲੈਣ ਵਾਸਤੇ ਸੰਕਟ ਦੀ ਘੜੀ ਦੇ ਵਿੱਚ ਦੁਸ਼ਮਣਾਂ ਦਾ ਨਾਲ ਲੋਹਾ ਲੈਣ ਵਾਸਤੇ ਇਹਨਾਂ ਨੂੰ ਤੋੜਨਾ ਕੀਤਾ ਸੀ। ਤੇ ਨਵਾਬ ਕਪੂਰ ਸਿੰਘ ਨੇ ਤਰੁਣਾ ਦਲ ਨੂੰ ਇੱਕ ਕਰੜੀ ਕੰਮ ਵੀ ਸੀ, ਸਾਰੇ ਸਰਦਾਰ ਹੁਕਮ ਮੰਨਦੇ ਸਨ। ਦੇਖੋ, ਬੇਸ਼ੱਕ ਇਹ ਉਸ ਦਲ ਦੇ ਮੁਖੀ ਸਨ, ਲੇਕਿਨ ਸਾਰੇ ਸਿੱਖ ਇਹਨਾਂ ਨੂੰ ਜਥੇਦਾਰ ਵਜੋਂ ਜਾਣ ਕਰਕੇ ਇਹਨਾਂ ਦੇ ਸਾਰੇ ਹੀ ਬੜੀ ਉਡੀਕ ਕਰਦੇ ਸਨ, ਬੜੇ ਆਗਿਆਕਾਰੀ ਹੋ ਕੇ ਕੋਈ ਵੀ ਇਹਨਾਂ ਤੋਂ ਬਾਹਰੀ ਜਥਾ ਨਹੀਂ ਸੀ ਜਾਂਦਾ। ਇਹਨਾਂ ਦੇ ਅਧੀਨਗੀ ਸਾਰੇ ਸਵੀਕਾਰ ਕਰਦੇ ਸਨ। ਸਾਰੇ ਸਰਦਾਰ ਹੁਕਮ ਮੰਨਦੇ ਸਨ। ਬਹੁਤ ਜਲਦੀ ਤਰੁਣਾ ਦਲ ਯੋਧਿਆਂ ਦੇ ਵਿੱਚ ਕੋਈ 15,000 ਤੱਕ ਸਿੱਖਾਂ ਦੀ ਗਿਣਤੀ ਹੋਣੀ ਸ਼ੁਰੂ ਹੋ ਗਈ। ਨਵਾਬ ਕਪੂਰ ਸਿੰਘ ਨੇ ਯੋਧਿਆਂ ਉੱਤੇ ਪੰਜ ਗਰੁੱਪ ਬਣਾ ਦਿੱਤੇ, ਜਿਨ੍ਹਾਂ ਨੂੰ ਜਥੇ ਕਿਹਾ ਜਾਂਦਾ ਸੀ। ਹਰ ਜਥੇ ਦੀ ਕਮਾਨ ਇੱਕ ਜਥੇਦਾਰ ਨੂੰ ਦਿੱਤੀ ਜਾਂਦੀ ਸੀ। ਪਹਿਲਾਂ ਜਥੇ ਦੀ ਕਮਾਨ ਬਾਬਾ ਦੀਪ ਸਿੰਘ, ਭਾਈ ਨੱਥਾ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਨੂੰ ਦਿੱਤੀ ਗਈ। ਦੂਜੇ ਜਥੇ ਦੀ ਕਮਾਂਡ ਭਾਈ ਪ੍ਰੇਮ ਸਿੰਘ, ਭਾਈ ਧਰਮ ਸਿੰਘ ਨੂੰ ਦਿੱਤੀ ਗਈ। ਤੀਜੇ ਜਥੇ ਦੀ ਭਾਈ ਕਾਹਨ ਸਿੰਘ ਤੇ ਉਹਨਾਂ ਨੂੰ ਕਮਾਨ ਦਿੱਤੀ ਗਈ ਭਾਈ ਹਰੀ ਸਿੰਘ ਨੂੰ, ਭਾਈ ਬਾਗ ਸਿੰਘ ਜੀ ਹੋਰਾਂ ਨੂੰ। ਚੌਥੇ ਜਥੇ ਦੇ ਭਾਈ ਦਸੌਂਧਾ ਸਿੰਘ ਨੂੰ, ਕਰਮ ਸਿੰਘ ਨੂੰ, ਭਾਈ ਗੁਰਦਿਆਲ ਸਿੰਘ ਨੂੰ ਦਿੱਤੀ। ਤੇ ਪੰਜਵਾਂ ਜਿਹੜਾ ਜਥਾ ਸੀ ਭਾਈ ਵੀਰ ਸਿੰਘ, ਭਾਈ ਮਦਨ ਸਿੰਘ ਤੇ ਭਾਈ ਜੀਵਨ ਸਿੰਘ ਜੀ ਨੂੰ ਦਿੱਤੀ। ਹਰ ਇੱਕ ਜਥੇ ਦਾ ਇੱਕ ਵੱਖਰਾ ਬੈਨਰ, ਧੌਂਸਾ ਤੋਂ ਭਾਵ ਨਗਾਰਾ, ਹਰੇਕ ਦਾ ਝੰਡਾ ਵੱਖਰਾ ਵੱਖਰਾ ਸੀ। ਹਰੇਕ ਜਥੇ ਦੇ ਇਲਾਕੇ ਦਾ ਵੇਰਵਾ ਅਕਾਲ ਤਖਤ ਵਿਖੇ ਰੱਖਿਆ ਜਾਂਦਾ ਸੀ। ਇਸ ਤੋਂ ਬਾਅਦ 7 ਜਥੇ ਹੋਰ ਬਣਾਏ ਜਾਂਦੇ। ਨਵਾਬ ਕਪੂਰ ਸਿੰਘ ਜੀ ਹੋਰਾਂ ਨੇ 1748 ਵਿੱਚ ਉਹਨਾਂ ਪੰਥ ਦੀ ਲੀਡਰਸ਼ਿਪ ਛੱਡੀ ਤੇ ਪੰਜ ਦਰਿਆਵਾਂ ਦੀ ਧਰਤੀ 12 ਜਥੇ 12 ਮਿਸਲਾਂ ਦੇ ਵਿੱਚ ਰਾਜ ਕਰ ਰਹੀਆਂ ਸਨ। ਉਹਨਾਂ ਨੇ ਨਵਾਬ ਕਪੂਰ ਸਿੰਘ ਨੇ 1755 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ। ਉਹਨਾਂ ਦੀ ਕੋਈ ਔਲਾਦ ਨਹੀਂ ਹੁੰਦੀ। ਉਹਨਾਂ ਦੇ ਭਤੀਜਾ ਜੀ ਸਨ ਜਿਨ੍ਹਾਂ ਦਾ ਨਾਂ ਭਾਈ ਖੁਸ਼ਹਾਲ ਸਿੰਘ ਸੀ। ਉਹਨਾਂ ਨੂੰ ਸਿੰਘਪੁਰੀ ਮਿਸਲ ਦਾ ਸਰਦਾਰ ਥਾਪਿਆ ਗਿਆ। ਖੁਸ਼ਹਾਲ ਸਿੰਘ ਜੀ ਹੋਰਾਂ ਨੇ 1759 ਵਿੱਚ ਹਾਕਮ ਸ਼ੇਖ ਨਿਜ਼ਾਮੁਦੀਨ ਨੂੰ ਹਰਾ ਕੇ ਜਲੰਧਰ ਫਤਿਹ ਕਰ ਲਿਆ ਸੀ ਅਤੇ ਇਸ ਮਿਸਲ ਦੀ ਰਾਜਧਾਨੀ ਬਣਾ ਲਿਆ। ਉਪਰੰਤ ਹੈਬਤਪੁਰ ਅਤੇ ਪੱਟੀ ਦੇ ਪਰਗਨੇ ਕਸੂਰ ਪਠਾਨ ਦੇ ਸਰਦਾਰਾਂ ਕੋਲੋਂ ਖੋਹ ਲਏ ਸਨ। 1764 ਵਿੱਚ ਸਰਹੰਦ ਫਤਿਹ ਕਰ ਲਿਆ। ਖੁਸ਼ਹਾਲ ਸਿੰਘ ਦੇ ਹਿੱਸੇ ਵਿੱਚ ਭਰਤਗੜ੍ਹ, ਮਸ਼ੌਲੀ, ਘਨੌਲੀ, ਮਨੌਲੀ ਅਤੇ ਹੋਰ ਪਿੰਡ ਆਏ। ਅਸਲ ਵਿੱਚ ਜਦੋਂ ਸਰਹੰਦ ਫਤਿਹ ਕੀਤਾ ਸੀ ਨਾ, ਇਹ ਸਾਰੇ ਸਿੰਘਾਂ ਮਿਸਲਾਂ ਨੇ ਇਕੱਠੇ ਹੋ ਕੇ ਕੀਤਾ ਸੀ। ਬਾਅਦ ਦੇ ਵਿੱਚ ਇਹਨਾਂ ਨੇ ਆਪਣੇ ਆਪਣੇ ਇਲਾਕੇ ਵੰਡ ਲੈਂਦੇ ਸਨ। ਸਿੰਘਪੁਰੀਆ ਮਿਸਲ ਬਾਰੀ ਦੁਆਬ ਵਿੱਚੋਂ ਸਾਲਾਨਾ 2 ਲੱਖ ਰੁਪਏ, ਜਲੰਧਰ ਤੇ ਦੁਆਬੇ ਦੇ 1 ਲੱਖ ਰੁਪਏ, ਸੂਬੇ ਸਰਹੰਦ ਤੋਂ 50,000 ਰੁਪਏ ਸਾਲਾਨਾ ਆਮਦਨ ਸੀ। ਖੁਸ਼ਹਾਲ ਸਿੰਘ ਨੇ 1795 ਵਿੱਚ ਮੌਤ ਹੁੰਦੀ ਹੈ ਅਤੇ ਉਹਨਾਂ ਦੇ ਸੁਪੁੱਤਰ ਸਰਦਾਰ ਬੁੱਧ ਸਿੰਘ ਮਿਸਲਦਾਰ ਥਾਪਿਆ। ਪਰ ਹੋਰ ਮਿਸਲਾਂ ਵਾਂਗੂ, ਸਰਦਾਰਾਂ ਵਾਂਗੂ ਬਾਰ ਦੁਆਬੀ ਤੇ ਜਲੰਧਰ ਦੁਆਬੇ ਦੇ ਇਲਾਕੇ ਦੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਸਤਲੁਜ ਦੇ ਪਾਰ ਦੇ ਇਲਾਕੇ ਵਜੋਂ ਬੁੱਧ ਸਿੰਘ ਕੋਲ ਰਹਿਣ ਦਿੱਤਾ।
ਤੇ ਮਹਾਰਾਜਾ ਰਣਜੀਤ ਸਿੰਘ ਚੜ੍ਹਦਾ ਸੂਰਜ ਦੇ ਵਾਂਗ ਬੁੱਧ ਸਿੰਘ 1816 ਤੱਕ ਜਿਉਂਦਾ ਰਿਹਾ। ਉਸ ਤੋਂ ਉਸਦੇ 7 ਪੁੱਤਰ ਸਨ। ਸਤਲੁਜ ਪਾਰ ਦੇ ਇਲਾਕੇ 7 ਪੁੱਤਰਾਂ ਵਿੱਚ ਵੰਡ ਦਿੱਤੇ। ਅੰਗਰੇਜ਼ਾਂ ਨੇ ਬਰਤਾਨਵੀ ਹਕੂਮਤ ਵਿੱਚ ਬਾਅਦ ਦੇ ਵਿੱਚ ਇਹ ਇਲਾਕਾ ਸ਼ਾਮਿਲ ਕਰ ਲਿਆ ਸੀ। ਤੀਸਰੀ ਮਿਸਲ ਆਉਂਦੀ ਹੈ ਸ਼ੁਕਰ ਚੱਕੀਆ ਮਿਸਲ। ਇਹ ਮਿਸਲ ਮਹੱਤਵਪੂਰਨ ਮਿਸਲ ਹੈ ਜਿਸ ਦੇ ਵਾਰਸਾਂ ਨੇ ਪੰਜਾਬ ਦੇ ਉੱਪਰ ਰਾਜ ਕਰਨ ਦਾ ਮੌਕਾ ਮਿਲਿਆ। ਮਹਾਰਾਜਾ ਰਣਜੀਤ ਸਿੰਘ ਇਸੇ ਮਿਸਲ ਦੇ ਮਹਾ ਸਿੰਘ ਦੇ ਪੁੱਤਰ ਸਨ। ਇਸੇ ਮਿਸਲ ਦੇ ਸਿਰਜੇ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਵੜੈਚ ਗੋਤ ਦਾ ਜੱਟ ਕਾਲੂ ਲਾਹੌਰ ਤੋਂ 65-80 ਕਿਲੋਮੀਟਰ ਦੂਰ ਮੌਜਾਂ ਪਿੰਡ ਦੀਆਂ ਪੱਟੀਆਂ ਵਿੱਚ ਰਹਿੰਦਾ ਸੀ। ਇਸ ਥਾਂ ਦੇ ਪਤਨੀ ਨਾਲ ਕਾਲੂ ਆਪਣੀ ਸਾਂਸਰੀ ਰਾਜਾ ਸਾਂਸੀ ਜੋ ਅੰਮ੍ਰਿਤਸਰ ਦੇ ਰਾਜਾ ਸਾਂਸੀ ਪੈਂਦਾ ਹੈ, ਅੰਮ੍ਰਿਤਸਰ ਪੁੱਜਿਆ, ਜੋ ਕਿ ਅੰਮ੍ਰਿਤਸਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਜਗ੍ਹਾ ਤੇ ਸਾਂਸੀ ਲੋਕ ਰਿਹਾ ਕਰਦੇ ਸਨ। ਇੱਥੇ ਕਾਲੂ ਦੇ ਘਰ ਬੱਚਾ ਪੈਦਾ ਹੋਇਆ ਜਿਸ ਦਾ ਜਾਦੂਮਾਨ ਰੱਖਿਆ। ਕਾਲੂ ਨੇ ਉਸ ਥਾਂ ਤੋਂ ਉੱਠ ਕੇ ਵਜ਼ੀਰਾਬਾਦ ਤੋਂ ਕੁਝ ਦੂਰੀ ਦੇ ਉੱਤੇ ਪਿੰਡ ਸੰਧ ਰਹਿਣ ਵਿੱਚ ਚਲੇ ਗਏ। 1488 ਵਿੱਚ ਸਵਰਗਵਾਸ ਹੋਇਆ। ਜਾਦੂਮਾਨ ਸਾਂਸੀ ਲੋਕਾਂ ਨੇ ਪਾਲਿਆ। ਮੁੱਢਲੀ ਉਮਰ ਦੇ ਵਿੱਚ ਅਸਰ ਕਬੂਲਦਿਆਂ ਹੋਇਆਂ ਲੋਕਾਂ ਨੇ ਕਿੱਤੇ ਵਿੱਚ ਅਪਣਾ ਲਿਆ। ਸਾਂਸੀਆਂ ਦੀ ਮੁਹਿੰਮ ਦੇ ਵਿੱਚ ਲੈ ਜਾਣਾ ਸ਼ੁਰੂ ਕੀਤਾ। ਅਜਿਹੀਆਂ ਮੁਹਿੰਮਾਂ 1515 ਵਿੱਚ ਮਰ ਗਿਆ। ਉਹਦੇ ਪੁੱਤਰ ਗਲਬੇ ਵਿੱਚ ਸਾਰੀਆਂ ਆਦਤਾਂ ਮੌਜੂਦ ਸਨ। ਮਾਝਾ ਕਾਫੀ ਲੁੱਟਮਾਰ ਕਰਦਾ ਰਿਹਾ। 1569 ਵਿੱਚ ਸੰਧ ਵਿਖੇ ਪੂਰਾ ਹੋਇਆ। ਉਸ ਤੋਂ ਪੁੱਤਰ ਤੋਂ ਜੋ ਕਿ ਸੰਧ ਵਿਖੇ ਰਹਿੰਦਾ ਸੀ 1555 ਗੁਜਰਾਂਵਾਲ ਆਣ ਕੇ ਰੁਕ ਗਏ। ਗੁਜਰਾਂਵਾਲ ਦੇ ਇੱਕ ਛੋਟੇ ਜਿਹੇ ਪਿੰਡ ਸ਼ੁਕਰ ਚੱਕ ਦੇ ਵਿੱਚ ਰਹਿਣ ਲੱਗ ਪਏ। ਇਹਨਾਂ ਦੇ ਪਿਤਾ ਦੀ ਵਿਰਾਸਤ ਵਿੱਚ ਮਿਲੇ ਡੰਗਰ ਢੋਰ ਆਪਣੇ ਨਾਲ ਲੈ ਆਂਦੇ ਅਤੇ ਬੜੀ ਸ਼ਾਂਤੀ ਨਾਲ ਜੀਵਨ ਬਤੀਤ ਕਰਨ ਲੱਗੇ। ਸ਼ੁਕਰ ਚੱਕ ਵਿਖੇ ਕਾਫੀ ਜ਼ਮੀਨ ਬਣਾ ਲਈ, ਖੇਤੀ ਕਰਨ ਲੱਗ ਪਏ, ਟੱਬਰ ਪਾਲਣ ਪੋਸ਼ਣ ਲੱਗ ਪਏ। 1578 ਵਿੱਚ ਬਾਅਦ ਚ ਰਾਜਾ ਦੱਬ ਨੇ ਵੀ ਸ਼ੁਕਰ ਚੱਕ ਵਿੱਚ ਆਪਣਾ ਕਾਰੋਬਾਰ ਜਾਰੀ ਰੱਖਿਆ। 1620 ਈਸਵੀ ਵਿੱਚ ਮੌਤ ਹੋ ਜਾਂਦੀ ਹੈ। ਤਿੰਨੇ ਪੁੱਤਰ ਤੇਲੂ, ਨੀਲੂ ਅਤੇ ਤਖਤਮਲ। ਇਹਨਾਂ ਜੋ ਤਖਤਮਲ ਨੇ ਸ਼ੁਕਰ ਚੱਕ ਵਿੱਚ ਖਿਆਲੀ ਦੀ ਜ਼ਮੀਨ ਲੈ ਕੇ ਸ਼ਾਹੂਕਾਰੀ ਦਾ ਕੰਮ ਸ਼ੁਰੂਆਤ ਕੀਤੀ। ਇੱਥੇ ਹੀ ਇਲਾਕੇ ਵਿੱਚ ਕਾਫੀ ਪ੍ਰਸਿੱਧੀ ਹਾਸਲ ਕੀਤੀ। ਤਖਤਮਲ ਦੀ ਮੌਤ 1653 ਈਸਵੀ ਚ ਹੁੰਦੀ ਹੈ। ਇਸ ਦੇ 2 ਲੜਕੇ ਬਾਲੂ ਤੇ ਬਾਰਾ। ਬਾਲੂ 18 ਸਾਲ ਦੀ ਉਮਰ ਵਿੱਚ ਇੱਕ ਪਿੰਡ ਤੇ ਹਮਲਾ ਕਰਨ ਸਮੇਂ ਕਤਲ ਹੋ ਜਾਂਦਾ ਹੈ ਤੇ ਬਾਰਾ ਜਿਸ ਦਾ ਸੁਭਾਅ ਸ਼ਾਂਤ ਕਰਕੇ ਭਾਈ ਵੀ ਕਿਹਾ ਜਾਂਦਾ ਸੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿੱਖ ਲਿਆ। ਇਹਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕ ਕੇ ਅੰਮ੍ਰਿਤਸਰ ਵੱਲ ਤੁਰ ਪਿਆ। ਇੱਥੇ ਨਾ ਪਹੁੰਚ ਸਕਿਆ। ਫਿਰ ਸ਼ੁਕਰ ਚੱਕ ਅਤੇ ਖਿਆਲੀ ਦੇ ਲਾਗੇ ਗੁਰੂ ਨਾਨਕ ਦਾ ਸਿੱਖ ਹੋ ਕੇ ਬਾਣੀ ਦਾ ਪ੍ਰਚਾਰ ਕਰਨਾ ਆਰੰਭ ਕੀਤਾ। 1689 ਵਿੱਚ ਇਹਨਾਂ ਦਾ ਦੇਹਾਂਤ ਹੋਇਆ। ਆਖਰੀ ਇੱਛਾ ਸੀ ਕਿ ਮੇਰਾ ਪੁੱਤਰ ਬੁੱਢਾ ਅੰਮ੍ਰਿਤ ਛਕ ਕੇ ਗੁਰੂ ਦਾ ਸਿੱਖ ਬਣੇ। ਉਹਨਾਂ 9 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕ ਕੇ ਬੁੱਢਾ ਸਿੰਘ ਬਣ ਗਿਆ, ਅੰਮ੍ਰਿਤਧਾਰੀ ਸਿੱਖ ਬਣ ਗਿਆ। ਤੇ ਅੰਮ੍ਰਿਤ ਛਕਣ ਤੋਂ ਬਾਅਦ ਇੱਥੇ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਗੁਰੂ ਵਾਲਾ ਬਣ ਕੇ ਇਹਨੇ ਪ੍ਰਚਾਰ ਪ੍ਰਸਾਰ ਸ਼ੁਰੂ ਕਰ ਦਿੱਤਾ। ਸ਼ੁਕਰ ਚੱਕ ਵਿੱਚ ਬਹੁਤ ਵੱਡਾ ਘਰ ਬਣਾ ਲਿਆ। ਇੱਥੇ ਇਹਨਾਂ ਨੂੰ ਚੌਧਰੀ ਕਹਿ ਕੇ ਲੋਕ ਬੁਲਾਉਣਾ ਸ਼ੁਰੂ ਕੀਤਾ। ਇੱਥੇ ਇਹਨਾਂ ਨੇ ਬੁੱਢਾ ਸਿੰਘ ਨੇ ਘੋੜੀ ਉੱਪਰ ਸਵਾਰ ਹੋ ਕਰਕੇ ਮਾਲਕਾਂ ਵਾਂਗ ਇਲਾਕੇ 'ਚ ਮਸ਼ਹੂਰੀ ਹੋ ਗਈ। ਇਸ ਦੀ ਘੋੜੀ ਦੇਸੀ ਘੋੜੀ ਕਹਿ ਕੇ ਕਿਹਾ ਜਾਂਦਾ ਸੀ। ਬਾਅਦ ਜੇਲਮ ਦਾ ਰਾਵੀ ਅਤੇ ਚਨਾਬ 50 ਵਾਰ ਪਾਰ ਕੀਤਾ ਤੇ ਬਹੁਤ ਹਸਮੁਖ ਲੋਕਾਂ ਉੱਪਰ ਬੜਾ ਤਰਸ ਕਰਨ ਵਾਲਾ। 1716 ਵਿੱਚ ਜਲੋਧਰ ਕਾਰਨ ਮੌਤ ਹੋ ਗਈ ਹੈ। ਪੁੱਤਰ ਨੌਤ ਸਿੰਘ ਤੇ ਚੰਦਾ ਸਿੰਘ, ਜਿਹਨੂੰ ਚੰਦਾ ਸਿੰਘ ਸੰਧਾਵਾਲੀਆ ਖਾਨਦਾਨ ਦਾ ਮੋਢੀ ਮੰਨਿਆ ਗਿਆ ਹੈ। ਨੌਤ ਸਿੰਘ ਡੰਗਰ ਚੋਰੀ ਕਰਕੇ ਚੰਗਾ ਕੰਮ ਨਹੀਂ ਸੀ ਸਮਝਦਾ, ਸਗੋਂ ਧਾੜਵੀਆਂ ਵਾਂਗੂ ਡਾਕੇ ਮਾਰਿਆ ਕਰਦਾ ਸੀ। ਕਾਫੀ ਮਾਨਤਾ ਹੁੰਦੀ ਸੀ। ਨੌਤ ਸਿੰਘ ਨੇ ਧਾੜਾਂ ਮਾਰ ਕੇ ਦੌਲਤ ਇਕੱਠੀ ਕਰ ਲਈ ਅਤੇ ਸਤਲੁਜ ਦੀ ਰਾਵੀ ਦਰਬਾਰ ਵੱਲ ਤੁਰ ਪਿਆ। ਕਾਫੀ ਸਮੇਂ ਤੋਂ ਬਾਅਦ ਸ਼ੁਕਰ ਚੱਕੀ ਮਿਸਲ ਨੌਤ ਸਿੰਘ ਨੇ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਮਿਸਲ ਦੇ ਅਹਿਮਦ ਸ਼ਾਹ ਅਬਦਾਲੀ ਦੇ ਫੌਜ ਨਾਲ ਟੱਕਰਾ ਕੀਤਾ।
ਕਾਫੀ ਮਾਲ ਹਾਸਲ ਕੀਤਾ। ਜਦੋਂ ਮਿਸਲਾਂ ਬਣੀਆਂ, ਸ਼ੁਕਰ ਚੱਕੀਆ ਮਿਸਲ ਦਾ ਸਰਦਾਰ ਬਣ ਗਿਆ। ਨੌ ਸਿੰਘ ਦੇ ਘਰ 1721 ਈਸਵੀ ਵਿੱਚ ਚੜ੍ਹਤ ਸਿੰਘ ਪੈਦਾ ਹੋਇਆ। ਚੜ੍ਹਤ ਸਿੰਘ 1752 ਈਸਵੀ ਵਿੱਚ ਰਾਜਾ ਸਾਂਸੀਆਂ ਦਲਿਤ ਪਰਿਵਾਰਾਂ ਦੇ ਵਿੱਚ ਧਾੜਵੀਆਂ ਦੇ ਵਿੱਚ ਟੋਲਿਆਂ ਚੰਗਾ ਤਗੜਾ ਟੋਲਾ ਤਿਆਰ ਕਰ ਲਿਆ, ਜਿਸ ਨੇ ਆਪਣਾ ਫੈਜ਼ਲਪੁਰੀਆ ਮਿਸਲ ਵਿੱਚ ਰੁੱਖ ਰੱਖਿਆ। ਸ਼ੁਕਰ ਚੱਕੀਆ ਮਿਸਲ ਵਿੱਚ ਸ਼ਕਤੀ ਦਾ ਵਾਧਾ ਹੋਇਆ। ਚੜ੍ਹਤ ਸਿੰਘ ਅਹਿਮਦ ਸ਼ਾਹ ਦੇ ਨਾਲ ਹਮਲਾ ਕਰਨ, ਦੁਰਾਨੀਆਂ ਨਾਲ ਟਾਕਰਾ ਵੀ ਕੀਤਾ। ਕੱਚੀ ਸਰਾਂ ਵਿਖੇ ਟਿਕਾਣਾ ਬਣਾ ਕੇ ਗੁਜਰਾਂਵਾਲ ਨਾਲ ਲੱਗਦੇ ਕਾਫੀ ਇਲਾਕਿਆਂ ਤੇ ਕਬਜ਼ਾ ਕਰ ਲਿਆ। 1756 ਵਿੱਚ ਗੁਜਰਾਂਵਾਲੇ ਦੇ ਸਰਦਾਰ ਅਮੀਰ ਸਿੰਘ ਦੀ ਲੜਕੀ ਨਾਲ ਉਹਨਾਂ ਨੇ ਸ਼ਾਦੀ ਹੋ ਗਈ ਅਤੇ ਸਰਦਾਰ ਚੜ੍ਹਤ ਸਿੰਘ ਦੀ ਸ਼ਕਤੀ ਵਿੱਚ ਵਾਧਾ ਹੋਇਆ। ਸਰਦਾਰ ਚੜ੍ਹਤ ਸਿੰਘ ਨੇ ਜੰਮੂ ਦੀ ਲੜਾਈ 1774 ਈਸਵੀ ਵਿੱਚ ਮਾਰਿਆ ਗਿਆ। ਉਹਦਾ ਵੱਡਾ ਪੁੱਤਰ ਮਹਾਂ ਸਿੰਘ ਦਾ ਮਿਸਲਦਾਰ, ਜੋ ਜੀਂਦ ਦਾ ਰਾਜਾ ਗਜਪਤ ਸਿੰਘ ਦੀ ਲੜਕੀ ਨਾਲ ਹੋਇਆ। ਸਰਦਾਰ ਮਹਾਂ ਸਿੰਘ ਮਹਾਂ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਸੀ। ਇੰਜ ਮਿਸਲ ਦੇ ਸਮੇਂ ਏਕੀਕਰਨ ਕਾਰਨ ਮਿਸਲਾਂ ਵਾਂਗ ਰਾਜ ਸਥਾਪਿਤ ਸਥਾਪਨਾ ਹੋਈ। ਜਦੋਂ ਰਾਜ ਸਥਾਪਨਾ ਦੀ ਗੱਲ ਆਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੂਰਨ ਤੌਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ। ਚੌਥੀ ਮਿਸਲ ਹੈ ਭੰਗੀਆਂ ਦੀ ਮਿਸਲ। ਭੰਗੀਆਂ ਦੀ ਮਿਸਲ ਵੀ ਕਾਫੀ ਪ੍ਰਸਿੱਧ ਹੈ। ਇਸ ਜਿਹੜੇ ਮੁਖੀ ਸਨ ਹਰੀ ਸਿੰਘ ਭੰਗੀ ਸਨ, ਜੋ ਮਿਸਲ ਦੇ ਬਣਨ ਤੋਂ ਇੱਕ ਜਥੇ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਇਲਾਕੇ ਦੇ ਵਿੱਚ, ਜ਼ਿਲ੍ਹਾ ਅੰਮ੍ਰਿਤਸਰ ਦੇ ਪੰਜਵਾੜ ਪਿੰਡ ਦੇ ਛੱਜੂ ਸਿੰਘ ਆਇਓ ਨੂੰ ਜਿੱਤ ਕੀਤਾ। ਉਹਨਾਂ ਨੇ ਮੋਗਾ ਜ਼ਿਲ੍ਹਾ, ਬੰਦਣੀ ਪਰਗਣੇ, ਭੂਮਾ, ਢਿੱਲੋ ਜੱਟ ਜਥੇਦਾਰ ਬਣਾਇਆ। 1746 ਈਸਵੀ ਵਿੱਚ ਭੂਮਾ ਸਿੰਘ ਦਾ ਦੇਹਾਂਤ ਹੋ ਗਿਆ। ਭੂਮਾ ਸਿੰਘ ਦੇ ਦੇਹਾਂਤ ਤੋਂ ਬਾਅਦ ਪਾਲਤ ਪੁੱਤਰ ਹਰੀ ਸਿੰਘ ਜਥੇਦਾਰ ਬਣਿਆ। 1748 ਵਿੱਚ ਦਲ ਖਾਲਸਾ ਦੀ ਸਥਾਪਨਾ ਤੋਂ ਬਾਅਦ ਜਥੇਦਾਰ ਹਰੀ ਸਿੰਘ ਨੂੰ ਮੁਖੀ ਬਣਾਇਆ। ਉਹਨਾਂ ਦੁਆਰਾ ਭੰਗ ਦੇ ਅਧਿਕ ਸੇਵਨ ਕਰਕੇ ਭੰਗੀ ਅਥਵਾ ਭੰਗੀਆਂ ਦੀ ਮਿਸਲ ਕਰਕੇ ਵੀ ਪ੍ਰਚਲਿਤ ਹੋਇਆ। ਕਈ ਇਲਾਕਿਆਂ ਦੇ ਵਿੱਚ ਇਹਨਾਂ ਨੂੰ ਨੀਵੀਂ ਜਾਤ ਵਾਲੇ ਲੋਕਾਂ ਨੂੰ ਵੀ ਭੰਗੀ ਆਖਿਆ ਜਾਂਦਾ ਹੈ। ਕੱਲਾ ਭੰਗ ਪੀਣ ਵਾਲੇ ਨਹੀਂ, ਬਲਕਿ ਇਹ ਜਿਹੜੇ ਲੋਕ ਅੱਜ ਵੀ ਕਈਆਂ ਥਾਵਾਂ ਦੇ ਉੱਤੇ ਜੋ ਜਿਨ੍ਹਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਨਾਲੀਆਂ ਸਾਫ਼ ਕਰਦੇ ਆ ਜਾਂ ਛੋਟੇ ਸਫਾਈਆਂ ਕਰਦੇ, ਉਹਨਾਂ ਨੂੰ ਭੰਗੀ ਆਖਿਆ ਜਾਂਦਾ ਹੈ। ਉਹਨਾਂ ਦੇ ਵਿੱਚੋਂ ਇਹ ਛੋਟੀ ਕਾਸਟ ਦੇ ਵਿੱਚੋਂ ਸਨ, ਲੇਕਿਨ ਸਿੱਖ ਧਰਮ ਦੇ ਅੰਦਰ ਜਦੋਂ ਸਿੱਖ ਅੰਮ੍ਰਿਤ ਛਕ ਲੈਂਦਾ ਹੈ, ਉਹਨਾਂ ਦੀ ਕਾਸਟ ਕੋਈ ਅਹਿਮੀਅਤ ਨਹੀਂ ਰੱਖਦੀ। ਇਹਨਾਂ ਨੂੰ ਵੈਸੇ ਇਹਨਾਂ ਦੇ ਨਾਂ ਦੇ ਅੱਗੇ ਇਹਨਾਂ ਨੇ ਕਰਕੇ ਮਸ਼ਹੂਰ ਹੋ ਗਏ। ਜ਼ਿਆਦਾਤਰ ਇਹਨਾਂ ਨੂੰ ਭੰਗ ਦੇ ਸੇਵਨ ਕਰਕੇ ਹੀ ਭੰਗੀ ਆਖਿਆ ਜਾਂਦਾ ਹੈ। ਹਰੀ ਸਿੰਘ ਨੇ ਆਪਣੀ ਮਿਸਲ ਦੀ ਸ਼ਕਤੀ ਅਧਿਕ ਵਿਸਥਾਰ ਕਰਦਿਆਂ ਹੋਇਆਂ 20,000 ਯੋਧਿਆਂ ਦਾ ਇੱਕ ਸੈਨਿਕ ਦਲ ਤਿਆਰ ਕੀਤਾ। ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੋਹਲ ਪਿੰਡ ਦੇ ਸਦਰ ਮੁਕਾਮ ਬਣਾਇਆ। ਫਿਰ ਗਿੱਲਵਾਲੀ ਪਿੰਡ ਵਿੱਚ ਆਪਣੀ ਰਾਜਧਾਨੀ ਕਾਇਮ ਕੀਤੀ। 1763 ਵਿੱਚ ਘਨਈਆ ਤੇ ਰਾਮਗੜੀਆ ਮਿਸਲ ਦੀ ਮਦਦ ਨਾਲ ਕਸੂਰ ਨੂੰ ਲੁੱਟਿਆ। ਫਿਰ 1764 ਵਿੱਚ ਮੁਲਤਾਨ ਬਹਾਲਪੁਰ ਨੂੰ ਲਤਾੜਦਿਆਂ ਹੋਇਆਂ ਸਿੰਧ ਦਰਿਆ ਪਾਰ ਕਰ ਗਏ। ਫਿਰ ਮੁਜ਼ੱਫਰਗੜ੍ਹ, ਡੇਰਾ ਗਾਜੀ ਖਾਂ, ਡੇਰਾ ਇਸਮਾਇਲ ਖਾਂ, ਬਲੋਚਾਂ ਦੇ ਹਾਕਮਾਂ ਤੇ ਖਿਰਾਜ਼ ਵਸੂਲ ਕੀਤਾ ਅਤੇ ਚਨਿਓਟ, ਝੰਗ, ਸਿਆਲਕੋਟ ਨੂੰ ਤਬਾਹ ਕਰਦਿਆਂ 1765 ਵਿੱਚ ਬਾਬਾ ਆਲਾ ਸਿੰਘ ਦੇ ਵਿਰੁੱਧ ਲੜਦਿਆਂ ਹਰੀ ਸਿੰਘ ਦੀ ਮੌਤ ਹੋ ਗਈ। ਉਹਨਾਂ ਤੋਂ ਬਾਅਦ ਉਹਨਾਂ ਦੇ ਲੜਕੇ ਝੰਡਾ ਸਿੰਘ ਨੂੰ ਮਿਸਲ ਦੀ ਜ਼ਿੰਮੇਵਾਰੀ ਦਿੱਤੀ ਤੇ ਮਿਸਲ ਦੇ ਹਰ ਪੱਖੋਂ ਵਿਕਾਸ ਕੀਤਾ। ਮੁਲਤਾਨ ਨੂੰ ਜਿੱਤਣ ਤੋਂ ਬਾਅਦ ਝੰਗ, ਕਾਲਾ ਬਾਗ, ਮਨਕੇਰਾ ਅਧੀਨ ਕੀਤਾ ਅਤੇ ਅੰਮ੍ਰਿਤਸਰ ਨੂੰ ਕਿਲ੍ਹਾ ਭੰਗੀਆਂ ਨੇ ਉਸਾਰੀ ਦੀ ਕਾਰਵਾਈ ਕੀਤੀ। ਜੋ ਅੰਮ੍ਰਿਤਸਰ ਕਿਲ੍ਹਾ ਬਣਾਉਣਾ ਕੀਤਾ, ਫਿਰ ਇਹਨਾਂ ਭੰਗੀਆਂ ਨੇ ਹੀ, ਭੰਗੀ ਮਿਸਲ ਦੇ ਸਰਦਾਰਾਂ ਨੇ ਹੀ ਬਣਾਉਣਾ ਕੀਤਾ। ਫਿਰ ਚੱਠਾ ਤੇ ਪਠਾਣਾ ਪਾਸੋਂ ਚੱਠਿਆਂ ਕੋਲੋਂ ਜਮਜਮਾ ਤੋਪ ਖੋਈ
ਜਮਜਮਾ ਤੋਪ ਜੋ ਬਹੁਤ ਵੱਡੀ ਤੋਪ ਹੈ, ਅੱਜ ਵੀ ਜੋ ਕਿ ਲਾਹੌਰ ਦੇ ਕਿਲੇ ਵਿੱਚ ਪਾਕਿਸਤਾਨ ਦੇ ਵਿੱਚ ਅੱਜ ਵੀ ਪਈ ਹੋਈ ਹੈ, ਉਹ ਜਮਜਮਾ ਤੋਪ ਇਹਨਾਂ ਨੇ ਖੋਈ, ਜਿਸ ਦਾ ਨਾਂ ਕਾਲਾਤਰ ਵਿੱਚ ਭੰਗੀਆਂ ਦੀ ਤੋਪ ਵੀ ਪੈ ਗਿਆ ਸੀ। 1774 ਵਿੱਚ ਕਨਈਆ ਤੇ ਸ਼ੁਕਰਚੱਕੀ ਮਿਸਲ ਵਾਲਿਆਂ ਨਾਲ ਲੜਦਿਆਂ ਹੋਇਆਂ ਜੰਮੂ ਵਿਖੇ ਮਾਰਿਆ ਗਿਆ। ਝੰਡਾ ਸਿੰਘ ਪਿੱਛੋਂ ਭਰਾ ਗੰਡਾ ਸਿੰਘ ਗੱਦੀ ਤੇ ਬੈਠਾ ਤੇ ਉਹ ਥੋੜੇ ਚਿਰ ਬਾਅਦ ਮਰਨ ਤੋਂ ਬਾਅਦ ਉਹਨਾਂ ਨੇ ਨਾਬਾਲਗ ਪੁੱਤਰ ਦੇਸਾ ਸਿੰਘ ਮਿਸਲ ਦਾ ਸਰਦਾਰ ਬਣਿਆ, ਪਰ ਇਹ ਕਮਜ਼ੋਰ ਮਿਸਲਦਾਰ ਸਾਬਿਤ ਹੋਇਆ। ਭੰਗੀ ਸਰਦਾਰ ਆਪਣੇ ਇਲਾਕੇ ਖੁਦ ਮੁਖਤਿਆਰ ਬਣ ਕੇ ਬਹਿ ਗਏ। ਜਿੱਥੇ ਜਿੱਥੇ ਇਲਾਕੇ ਦਿੱਤੇ ਸਨ ਜਿੱਤੇ ਸਨ, ਲੇਕਿਨ ਜਿੱਥੇ ਜਿੱਥੇ ਦਿੱਤੇ ਸਨ ਜਿਹੜੇ ਉਹ ਜਿਨ੍ਹਾਂ ਨੂੰ ਦਿੱਤੇ ਸਨ ਉਹ ਖੁਦ ਆਣ ਕੇ ਆਪ ਹੀ ਉਹਨਾਂ ਦੇ ਉੱਤੇ ਸਿਪਾ ਸਲਾਰ ਹੋ ਕਰਕੇ ਆਪ ਸਰਦਾਰ ਮੁਖੀ ਬਣ ਕੇ ਬਹਿ ਗਏ। ਉਹਨਾਂ ਦੇ ਨਾਲ ਕਿਸੇ ਨੇ ਸਹਾਇਤਾ ਨਹੀਂ ਕੀਤੀ, ਬਲਕਿ ਉਹ ਆਪਣੇ ਆਪ ਨੂੰ ਹੀ ਖੁਦ ਅਖਤਿਆਰੀ ਬਣ ਗਏ। ਉਸ ਤੋਂ ਬਾਅਦ ਉਹਨਾਂ ਦੇ ਗੁਰਬਖਸ਼ ਸਿੰਘ ਦਾ ਨਾਂ ਤੇ ਭੰਗੀ ਸਰਦਾਰ ਦੇ ਪਾਲਤ ਪੁੱਤਰ ਲਹਿਣਾ ਸਿੰਘ ਅਤੇ ਦੋਹਤਰਾ ਸਿੰਘ ਗੁੱਜਰ ਸਿੰਘ ਨੇ 1765 ਵਿੱਚ ਲਾਹੌਰ ਤੇ ਕਬਜ਼ਾ ਕੀਤਾ। ਕਿਸੇ ਨਾ ਕਿਸੇ ਰੂਪ ਵਿੱਚ ਲਾਹੌਰ ਦੇ ਵੰਸ਼ਜਾਂ ਦੇ ਅਧੀਨ ਹੀ ਰਹੀ। ਉਹਨਾਂ ਦੇ ਉੱਤਰਾਧਿਕਾਰੀ ਚੇਤ ਸਿੰਘ ਤੇ ਮੋਹਰ ਸਿੰਘ ਰਾਜ ਪ੍ਰਬੰਧ ਤੋਂ ਤੰਗ ਆਣ ਕੇ ਲਾਹੌਰ ਨਿਵਾਸੀਆਂ ਨੇ ਰਣਜੀਤ ਸਿੰਘ ਤੇ ਸਦਾ ਕੌਰ ਨੂੰ ਕਬਜ਼ੇ ਵਾਸਤੇ ਨਿਮੰਤਰਣ ਦਿੱਤਾ। ਅਸਲ ਦੇ ਵਿੱਚ ਇਹਨਾਂ ਦਾ ਪ੍ਰਬੰਧ ਲਾਹੌਰ ਦੇ ਉੱਤੇ ਕੋਈ ਵਧੀਆ ਨਹੀਂ ਸੀ। ਲੋਕ ਇਹਨਾਂ ਤੋਂ ਦੁਖੀ ਹੋ ਗਏ ਸਨ। ਲੋਕਾਂ ਨੇ ਆਪ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਸਦਾ ਕੌਰ ਨੂੰ ਆਖਿਆ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਪ੍ਰਬੰਧ ਸੰਭਾਲੋ, ਤੇ ਉਸ ਨੇ ਸੰਭਾਲਦਿਆਂ ਹੋਇਆਂ ਜਦੋਂ ਉਹਨਾਂ ਨੇ ਇਹ ਗੱਲ ਰਾਜ ਪ੍ਰਬੰਧ ਸੰਭਾਲਣ ਦੀ ਗੱਲ ਕੀਤੀ ਤੇ 7 ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਆਪਣੇ ਅਧੀਨ ਕਬਜ਼ ਕਰ ਲਿਆ। 1782 ਦੇਸਾ ਸਿੰਘ ਦੀ ਮੌਤ ਤੋਂ ਬਾਅਦ ਨਾਬਾਲਗ ਲੜਕੇ ਗੁਲਾਬ ਸਿੰਘ ਅੰਮ੍ਰਿਤਸਰ ਦੀ ਮਿਸਲ ਦੀ ਜ਼ਿੰਮੇਵਾਰੀ ਸੰਭਾਲ ਲਈ। ਸਨ 1800 ਵਿੱਚ ਗੁਲਾਬ ਸਿੰਘ ਦੇ ਮਰਨ ਉਪਰੰਤ ਨਾਬਾਲਗ ਪੁੱਤਰ ਗੁਰਦੇਵ ਸਿੰਘ ਨੇ ਆਪਣੀ ਮਾਤਾ ਮਾਈ ਸੁੱਖਾਂ ਦੀ ਸਰਪ੍ਰਸਤੀ ਅਧੀਨ ਮਿਸਲ ਦੀ ਸਰਦਾਰੀ ਸੰਭਾਲ ਲਈ। 1802 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸੇ ਮਿਸਲ ਦੇ ਉੱਤੇ ਕਬਜ਼ਾ ਕਰ ਲਿਆ ਤੇ ਫਿਰ ਅਖੀਰ ਵਿੱਚ ਗੁਜਰਾਤ ਦੇ ਪ੍ਰਸ਼ਾਸਕ, ਗੁਜਰਾਤ ਜੋ ਪਾਕਿਸਤਾਨ ਦੇ ਵਿੱਚ ਹੈ, ਪੰਜਾਬ ਦਾ ਇੱਕ ਹਿੱਸਾ ਜੋ ਪਾਕਿਸਤਾਨ ਦੇ ਵਿੱਚ ਹੈ, ਭੰਗੀ ਮਿਸਲ ਨੂੰ ਕੁਝ ਜਗੀਰ ਵਜੋਂ ਦੇ ਕੇ ਵਿਹਲਿਆਂ ਕਰ ਦਿੱਤਾ। ਸਨ 1810 ਤੱਕ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਭੰਗੀ ਸਰਦਾਰਾਂ ਦੇ ਇਲਾਕੇ ਲਾਹੌਰ ਦਰਬਾਰ ਦੇ ਅਧੀਨ ਕਰ ਲਏ। ਇਸ ਮਿਸਲ ਦੀ ਹੋਂਦ ਜਿਹੜੀ ਹੈ ਉਹ ਖਤਮ ਕਰ ਲਈ। ਅਗਲੀ ਮਿਸਲ ਹੈ ਪੰਜਵੀਂ ਮਿਸਲ, ਨਿਸ਼ਾਨਾ ਵਾਲੀ ਮਿਸਲ। ਨਿਸ਼ਾਨਾ ਸਿੱਖਾਂ ਦੇ ਵਿੱਚ 12 ਮਿਸਲਾਂ ਦੇ ਵਿੱਚੋਂ ਸਦਰ ਮੁਕਾਮ ਅੰਬਾਲਾ ਸੀ। ਫਿਰੋਜ਼ਪੁਰ ਜ਼ਿਲ੍ਹੇ ਤੋਂ ਮਨਸੂਰ ਦੇ ਪਿੰਡ ਦੇ ਚੌਧਰੀ ਸਾਹਿਬ ਰਾਏ ਸ਼ੇਰਗਲ ਦੇ ਸਪੁੱਤਰ ਦਸੌਂਧਾ ਸਿੰਘ ਨੇ ਅੰਮ੍ਰਿਤ ਛਕ ਕੇ ਜਥਾ ਕਾਇਮ ਕੀਤਾ। ਅੰਮ੍ਰਿਤਸਰ ਵਿੱਚ ਠਹਿਰਦਾ ਸੀ। ਦਰਬਾਰ ਸਾਹਿਬ ਵਿੱਚ ਰੱਖਿਆ ਤੋਂ ਇਲਾਵਾ ਰਾਖਵੀਂ ਫੌਜ ਦੀ ਭੂਮਿਕਾ ਨਿਭਾਉਂਦਾ ਸੀ। 1748 ਵਿੱਚ ਦਲ ਖਾਲਸੇ ਦੀ ਸਥਾਪਨਾ ਤੋਂ ਬਾਅਦ ਇਹਨਾਂ ਨੂੰ ਇਸ ਮਿਸਲ ਦੇ ਜਥੇਦਾਰ ਵਜੋਂ ਸਥਾਪਨਾ ਕੀਤੀ। 1764 ਵਿੱਚ ਸਰਹੰਦ ਫਤਿਹ ਹੋਣ ਤੋਂ ਬਾਅਦ ਦਸੌਂਧਾ ਸਿੰਘ ਨੇ ਸਾਨੇਵਾਲ, ਅਮਲੋਹ, ਦੋਰਾਹਾ, ਜੀਰਾ, ਸਿੰਘਾਂ ਵਾਲਾ ਤੇ ਅੰਬਾਲੇ ਨੂੰ ਆਪਣਾ ਇਲਾਕਾ ਬਣਾ ਲੈਣਾ ਕੀਤਾ, ਆਪਣੇ ਅਧੀਨ ਕਾਇਮ ਕੀਤੇ। ਤੇ 1767 ਈਸਵੀ ਵਿੱਚ ਦਸੌਂਧਾ ਸਿੰਘ ਦਾ ਦੇਹਾਂਤ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਸੰਗਤ ਸਿੰਘ ਮਿਸਲਦਾਰ ਬਣਾਇਆ। ਉਹਨਾਂ ਨੇ ਅੰਬਾਲੇ ਵਾਲੀ ਰਿਆਸਤ ਆਪਣੇ ਚਚੇਰੇ ਭਰਾਵਾਂ ਲਾਲ ਸਿੰਘ ਤੇ ਗੁਰਬਖਸ਼ ਸਿੰਘ ਨੂੰ ਸੌਂਪ ਕੇ ਆਪ ਸਿੰਘਾਂ ਵੱਲ ਰਹਿਣ ਲੱਗ ਪਿਆ। ਸੰਗਤ ਸਿੰਘ ਦੀ ਮਿਸਲਦਾਰੀ ਵੇਲੇ ਇਹ ਮਿਸਲ ਬਹੁਤ ਤਰੱਕੀ ਕੀਤੀ। ਬਾਅਦ ਵਿੱਚ ਸੈਨਾ ਦੀ ਗਿਣਤੀ 12,000 ਘੋੜਸਵਾਰ ਤੱਕ ਪਹੁੰਚ ਗਈ। 1774 ਈਸਵੀ ਸੰਗਤ ਸਿੰਘ ਦੀ ਮੌਤ ਤੋਂ ਬਾਅਦ ਮੁੱਖ ਸਰਦਾਰਾਂ ਨੂੰ ਆਪਣੇ ਵੱਖਰੇ ਵੱਖਰੇ ਇਲਾਕੇ ਮੱਲ ਲਏ। 1786 ਵਿੱਚ ਅੰਬਾਲੇ ਦੇ ਪ੍ਰਸ਼ਾਸਕ ਗੁਰਬਖਸ਼ ਸਿੰਘ ਦੇ ਮਰਨ ਉਪਰੰਤ ਵਿਧਵਾ ਬੀਵੀ ਦਇਆ ਕੌਰ ਨੇ ਮਿਸਲ ਦਾ ਪ੍ਰਬੰਧ ਸੰਭਾਲਿਆ। 1823 ਵਿੱਚ ਦੇਹਾਂਤ ਹੁੰਦਾ ਹੈ।
ਉਸ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਰਿਆਸਤ ਅਧੀਨ ਕਰ ਲਿਆ, ਕਿਉਂਕਿ ਇਹ ਸਤਲੁਜ ਦੇ ਪਾਰ ਸੀ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਉਸ ਵੇਲੇ ਸੰਧੀ ਹੋਈ ਸੀ 17 ਕਿ ਸਤਲੁਜ ਦਰਿਆ ਤੋਂ ਪਰਲੇ ਪਾਰ ਜਿਹੜੇ ਹੋਣਗੇ ਅੰਬਾਲੇ ਤੱਕ ਦਾ ਇਲਾਕਾ ਉਸ ਸਮੇਂ ਇਹਨਾਂ ਦੇ ਕੋਲ ਆਪਣੇ ਸਿੰਘਾਂ ਦੇ ਕੋਲ ਸੀ, ਤੇ ਇਹ ਜੋ ਕਿ ਸਿੱਖਾਂ ਦੀ ਇਹ ਵੀ ਮਿਸਲ ਦੇ ਕੋਲ ਸੀ। ਹੁਣ 6ਵੀਂ ਜਿਹੜੀ ਮਿਸਲ ਹੈ ਉਹ ਹੈ ਘਨੱਈਆ ਮਿਸਲ। ਘਨੱਈਆ ਮਿਸਲ ਦਾ ਮੋਢੀ ਜੈ ਸਿੰਘ ਸੰਧੂ ਕਾਹਨਾ ਪਿੰਡ ਦਾ ਵਸਨੀਕ ਸੀ, ਜੋ ਕਿ ਲਾਹੌਰ ਦੇ ਦੱਖਣ ਪਾਸੇ 21 ਕਿਲੋਮੀਟਰ ਦੂਰ ਫਿਰੋਜ਼ਪੁਰ ਦੀ ਸਥਿਤੀ ਵੱਲ ਸੀ। ਸਧਾਰਨ ਪਰਿਵਾਰ ਦੇ ਵਿੱਚ ਰਹਿਣ ਵਾਲਾ ਪਿਤਾ ਖੁਸ਼ਹਾਲ ਸਿੰਘ ਲਾਹੌਰ ਵਿਖੇ ਤੂੜੀ ਵੇਚ ਕੇ ਗੁਜ਼ਾਰਾ ਕਰਦਾ ਸੀ, ਤੇ ਜੈ ਸਿੰਘ ਨੇ ਨਵਾਬ ਕਪੂਰ ਸਿੰਘ ਦੇ ਕੋਲੋਂ ਅੰਮ੍ਰਿਤ ਛਕਿਆ ਸੀ ਅਤੇ ਅਮਰ ਸਿੰਘ ਨੇ ਕਿੰਗਰਾ ਦੇ ਜਥੇ ਵਿੱਚ ਸ਼ਾਮਿਲ ਹੋ ਗਿਆ। ਆਮ ਤੌਰ ਤੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਮਿਸਲ ਦੇ ਘਨੱਈਆ ਜੈ ਸਿੰਘ ਦੇ ਪਿੰਡ ਕਾਹਨਾ ਤੋਂ ਪਿਆ ਸੀ, ਜਿਸ ਕਰਕੇ ਇੱਕ ਹੋਰ ਵਿਆਖਿਆ ਵੀ ਇਹ ਦਿੱਤੀ ਜਾਂਦੀ ਹੈ ਕਿ ਸਰਦਾਰ ਬਹੁਤ ਖੂਬਸੂਰਤ ਸੀ, ਜਿਸ ਕਰਕੇ ਉਹਨਾਂ ਨੂੰ ਕਾਹਨ ਜਾਂ ਘਨੱਈਆ ਵੀ ਆਖਿਆ ਜਾਂਦਾ ਸੀ, ਜੋ ਕਿ ਭਗਵਾਨ ਕ੍ਰਿਸ਼ਨ ਦੇ ਨਾਂ ਦੇ ਨਾਲ ਵਰਤਿਆ ਜਾਂਦਾ ਹੈ। ਘਨੱਈਆ ਮਿਸਲ ਜੈ ਸਿੰਘ ਦੇ ਅਧੀਨ ਇੱਕ ਸ਼ਕਤੀਸ਼ਾਲੀ ਸੰਗਠਨ ਬਣ ਗਿਆ। ਇਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਮੇਤ ਰਿਆੜਕੀ ਦਾ ਕੁਝ ਇਲਾਕਾ ਜੋ ਅੰਮ੍ਰਿਤਸਰ ਤੋਂ ਉੱਪਰੀ ਹਿੱਸੇ ਕਬਜ਼ਾ ਕਰ ਲਿਆ। ਸਭ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਆਪਣੀ ਪਤਨੀ ਪਿੰਡ ਸੋਹੀਆਂ ਆਪਣਾ ਹੈੱਡਕੁਆਰਟਰ ਮੁੱਖ ਕੇਂਦਰ ਬਣਾਇਆ। ਇਸ ਤੋਂ ਬਾਅਦ ਬਦਲ ਕੇ ਬਟਾਲਾ ਚਲਾ ਗਿਆ, ਇੱਥੋਂ ਉਹ ਬਦਲ ਕੇ ਮੁਕੇਰੀਆਂ ਚਲਾ ਗਿਆ। ਇਸ ਤੋਂ ਬਾਅਦ ਇਲਾਕਾ ਬਿਆਸ ਤੇ ਰਾਵੀ ਦੋਹਾਂ ਦਰਿਆਵਾਂ ਦੇ ਦੋਵੇਂ ਪਾਸੇ ਲੱਗਦਾ ਸੀ। ਜੈ ਸਿੰਘ ਦੇ ਇਲਾਕੇ ਜੰਮੂ ਦੇ ਲਗਭਗ 70 ਕਿਲੋਮੀਟਰ ਦੱਖਣ ਪੂਰਬ ਪੜੋਲ ਤੱਕ ਵਧਾ ਲਈ। ਇੱਥੋਂ ਤੱਕ ਕਿ ਕਾਂਗੜਾ, ਨੂਰਪੁਰ, ਦਤਾਰਪੁਰ, ਸ਼ਿੰਬਾ ਅਤੇ ਪਹਾੜੀ ਮੁਖੀ ਕਰਦਾਤਾ ਬਣਾ ਲਏ। ਜਿੰਨੇ ਵੀ ਪਹਾੜੀ ਰਾਜੀਏ ਸਨ ਉਹਨਾਂ ਨੂੰ ਆਪਣੇ ਕਰ ਦੇ ਅਧੀਨ ਕਰ ਲਿਆ ਸੀ, ਭਾਵ ਕਿ ਉਹ ਕਰ ਦਿਆ ਕਰਨਗੇ ਇਹਨਾਂ ਨੂੰ। 1778 ਈਸਵੀ ਵਿੱਚ ਮਹਾ ਸਿੰਘ ਸ਼ੁਕਰ ਚੱਕੀਆ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਮਦਦ ਨਾਲ ਜੱਸਾ ਸਿੰਘ ਰਾਮਗੜੀਆ ਨੂੰ ਹਾਂਸੀ ਅਤੇ ਹਿਸਾਰ ਦਾ ਮਾਰੂਥਲ ਇਲਾਕਾ ਵੱਲ ਧਕੇਲ ਦਿੱਤਾ। ਜਦੋਂ ਇਹਨਾਂ ਨੇ ਦੇਖਿਆ ਕਿ ਇਹ ਬਹੁਤ ਸੂਰਬੀਰ ਇਹਨਾਂ ਦੀ ਹੋਰ ਹਿੰਮਤ ਵੱਧਦੀ ਜਾ ਰਹੀ ਹੈ, ਫਿਰ ਇਹਨਾਂ ਨੇ ਇਹਨਾਂ ਨੂੰ ਮਾਰੂਥਲ ਇਲਾਕਾ ਹਿਸਾਰ ਵੱਲ ਇਲਾਕਾ ਦਿੱਤਾ ਕਿ ਉਧਰ ਵੀ ਜਿੱਤਾਂ ਪ੍ਰਾਪਤ ਕਰੋ। 1781 ਵਿੱਚ ਜੈ ਸਿੰਘ ਨੇ ਸਹਿਯੋਗੀ ਹਕੀਕਤ ਰਾਏ ਨੂੰ ਮਿਲ ਕੇ ਜੰਮੂ ਦੇ ਮੁਹਿੰਮ ਲੈ ਗਏ। ਉੱਥੇ ਨਵੇਂ ਰਾਜੇ ਬ੍ਰਿਜ ਰਾਜਦੇਵ ਤੋਂ 3 ਲੱਖ ਰੁਪਏ ਮਾਲੀਆ ਲਿਆ ਤੇ 1793 ਈਸਵੀ ਵਿੱਚ ਜੈ ਸਿੰਘ ਨੇ 81 ਸਾਲ ਦੀ ਉਮਰ ਵਿੱਚ ਮ੍ਰਿਤੂ ਹੋਈ। ਉਹਨਾਂ ਦੇ ਪੁੱਤਰ ਗੁਰਬਖਸ਼ ਸਿੰਘ ਦਾ ਇਹ ਪਹਿਲਾ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ, ਇਸ ਤੋਂ ਪਹਿਲਾਂ ਕਿ ਅਕਾਲ ਚਲਾਣਾ ਕਰ ਜਾਣ ਦਾ ਪ੍ਰਬੰਧ ਉਹਨਾਂ ਨੇ ਨੂੰਹ ਸਦਾ ਕੌਰ ਨੂੰ ਦੇ ਦਿੱਤੇ। ਸਦਾ ਕੌਰ ਦੇ ਹੱਥ ਚਲਾ ਗਿਆ। ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਿਆਹੀ ਹੋਈ ਸੀ, ਜੋ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਪੰਜਾਬ ਦੀ ਰਾਜਨੀਤਿਕ ਸ਼ਕਤੀ ਨੂੰ ਪ੍ਰਾਪਤ ਕਰਨ ਦੇ ਸਹਾਇਕ ਸਿੱਧ ਹੋਈ। ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਜ਼ਿਆਦਾ ਜਿਹੜੀ ਮਦਦ ਸੀ ਉਹਨਾਂ ਦੀ ਸੱਸ ਦੇ ਵੱਲੋਂ, ਸਦਾ ਕੌਰ ਦੇ ਵੱਲੋਂ ਪ੍ਰਾਪਤ ਹੋਈ। ਜੁਲਾਈ 1794 ਵਿੱਚ ਮਹਾਰਾਜਾ ਰਣਜੀਤ ਸਿੰਘ ਭੰਗੀ ਮਿਸਲ ਦੇ ਸਰਦਾਰਾਂ ਮੋਹਰ ਸਿੰਘ ਤੇ ਸਾਹਿਬ ਸਿੰਘ ਤੇ ਚੇਤ ਸਿੰਘ ਨੂੰ ਹਰਾ ਕੇ ਲਾਹੌਰ ਤੇ ਕਬਜ਼ਾ ਕਰਨ 'ਚ ਮਦਦ ਮਿਲੀ। ਉਹ ਵੀ ਸਦਾ ਕੌਰ ਦੇ ਸਦਕਾ। ਸਦਾ ਕੌਰ ਦੀ ਮਦਦ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਹੋਰ ਪ੍ਰਾਪਤੀਆਂ ਕੀਤੀਆਂ, ਜਿਸ ਦੇ ਵਿੱਚ 1801 ਵਿੱਚ ਮਹਾਰਾਜਾ ਦੀ ਉਪਾਧੀ ਧਾਰਨ ਕਰ ਲਈ। ਅੰਮ੍ਰਿਤਸਰ, ਚਨਿਓਟ, ਕਸੂਰ, ਕਾਂਗੜਾ ਮੁਹਿੰਮਾਂ ਵਿੱਚ ਹਜ਼ਾਰਾ ਦੀ ਅਟਕ ਦੇ ਫਸਾਦੀ ਪਠਾਣਾ ਦੇ ਵਿਰੁੱਧ ਮੁਹਿੰਮਾਂ ਵਿੱਚ ਸਦਾ ਕੌਰ ਨੇ ਰਣਜੀਤ ਸਿੰਘ ਦੇ ਨਾਲ ਆਪਣੀਆਂ ਫੌਜਾਂ ਦੀ ਅਗਵਾਈ ਕਰਵਾਈ। ਇਹ ਸਮਝੌਤਾ ਦੇਰ ਤੱਕ ਨਾ ਚੱਲ ਸਕਿਆ। ਜਦੋਂ ਦੋਵੇਂ ਇੱਕ ਦੂਸਰੇ ਦੇ ਵੱਖ ਹੋਣੇ ਸ਼ੁਰੂ ਹੋਏ ਤੇ ਸਦਾ ਕੌਰ ਦੀ ਪੁੱਤਰੀ ਰਣਜੀਤ ਸਿੰਘ ਨਾਲ ਸ਼ਾਦੀ ਕਰਕੇ ਸਫਲ ਸਾਬਿਤ ਨਾ ਹੋ ਪਾਈ। ਮਤਭੇਦ ਜਿਹੜੇ ਸਨ ਉਹ ਸਪਸ਼ਟ ਤੌਰ ਤੇ ਸਾਹਮਣੇ ਆ ਜਾਂਦੇ ਜਦੋਂ ਸਦਾ ਕੌਰ ਦੇ ਨਾਲ ਸਰ ਚਾਰਲਸ ਮੈਟਕਾਫ ਤੇ ਸਰ ਡੇਵਿਡ
ਆਟੋਰਨਲੀ ਰਾਹੀਂ ਅੰਗਰੇਜ਼ਾਂ ਨਾਲ ਗੁਪਤ ਵਾਰਤਾਲਾਪ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਸ ਸਮੇਂ ਆਤਮ ਨਿਰਭਰ ਮੁਖੀ ਅਹੁਦਿਆਂ ਦੇ ਉੱਤੇ ਸੁਰੱਖਿਅਤ ਰੱਖ ਲਏ। ਮਹਾਰਾਜਾ ਰਣਜੀਤ ਸਿੰਘ ਨੇ ਘਨੱਈਆ ਮਿਸਲ ਦੇ ਇਲਾਕੇ ਵਿੱਚ ਦਖਲ ਅੰਦਾਜ਼ੀ ਆਰੰਭ ਕਰਨੀ ਸ਼ੁਰੂ ਕਰ ਦਿੱਤੀ। ਅਟਕਲਗੜ੍ਹ, ਮੁਕੇਰੀਆਂ, ਉਹਨਾਂ ਦੇ ਪਾਸ ਹੋਈ ਜਾਇਦਾਦ ਜ਼ਬਰਦਸਤੀ ਕਰ ਲਈ। ਬਟਾਲਾ ਨੂੰ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਜਗੀਰ ਦੇ ਦਿੱਤੀ, ਇਹ ਵੀ ਸਦਾ ਕੌਰ ਕੋਲ ਸੀ। ਸਦਾ ਕੌਰ ਦੀ ਬਾਕੀ ਰਹਿੰਦੀ ਜਗੀਰ ਦੇਸਾ ਸਿੰਘ ਮਜੀਠੀਆ ਨੂੰ ਦੇ ਦਿੱਤੀ। ਸਦਾ ਕੌਰ ਨੂੰ 1832 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕੈਦ ਕਰ ਲਿਆ। ਆਪਣੀ ਸੱਸ ਨੂੰ ਬਾਅਦ ਦੇ ਵਿੱਚ ਇਹਨੇ ਕੈਦ ਕਰ ਲਿਆ। ਘਨੱਈਆ ਮਿਸਲ ਦੇ ਦੂਸਰੇ ਹਿੱਸੇ ਵਿੱਚ ਸਿੱਧੂ ਜੱਟ ਦੇ ਬਘੇਲ ਸਿੰਘ ਦੇ ਪੁੱਤਰ ਹਕੀਕਤ ਸਿੰਘ ਸੀ। ਉਹ ਜੈ ਸਿੰਘ ਦਾ ਜਨਮ ਸਥਾਨ ਕਾਹਨਾ ਦੇ ਨੇੜੇ ਜੁਲਕਾ ਪਿੰਡ ਦਾ ਵਸਨੀਕ ਸੀ। ਹਕੀਕਤ ਸਿੰਘ ਜੈ ਸਿੰਘ ਦੀਆਂ ਮੁਹਿੰਮਾਂ ਦੇ ਮਿੱਤਰ ਸਾਥੀ ਵੀ ਸਨ, ਪਰੰਤੂ ਵਿਰੋਧੀ ਵੀ ਸਨ। ਸੁਤੰਤਰ ਮੁਖੀ ਹੋਣ ਦੇ ਬਾਵਜੂਦ ਕਲਾਨੌਰ, ਕਾਹਨਗੜ੍ਹ, ਅਦਾਲਤਗੜ੍ਹ, ਪਠਾਨਕੋਟ ਪਿੰਡਾਂ ਦੇ ਕਬਜ਼ਾ ਕਰ ਲਿਆ। 1760 ਵਿੱਚ ਸ਼ੁਰੀਆਂਵਾਲ ਨੂੰ ਤਬਾਹ ਕਰ ਦਿੱਤਾ। ਸੰਗਤਪੁਰਾ ਨਾਂ ਪਿੰਡ ਬੰਨਿਆ। ਫਤਿਹਗੜ੍ਹ ਵਿੱਚ ਕਿਲ੍ਹਾ ਉਸਾਰਿਆ। 1782 ਵਿੱਚ ਹਕੀਕਤ ਸਿੰਘ ਅਕਾਲ ਚਲਾਣਾ ਕਰ ਗਿਆ। ਪੁੱਤਰ ਜੈਮਲ ਸਿੰਘ ਜੋ ਇਕਲੌਤਾ ਸੀ, ਨਾਬਾਲਿਗ ਸੀ, ਉਹਨਾਂ ਜਾਇਦਾਦ ਦਾ ਮਾਲਕ ਬਣਾ ਦਿੱਤਾ। ਹਕੀਕਤ ਸਿੰਘ ਦੇ ਪੋਤਰੀ ਚੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੇ ਪੁੱਤਰ ਕੰਵਰ ਖੜਗ ਸਿੰਘ ਨਾਲ ਵਿਆਹੀ ਹੋਈ ਸੀ। ਜੈਮਲ ਸਿੰਘ ਨੇ 1812 ਵਿੱਚ ਅਕਾਲ ਚਲਾਣਾ ਕਰ ਗਏ, ਜਿਸ ਦਾ ਕੋਈ ਪੁੱਤਰ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਫਤਿਹਗੜ੍ਹ ਦੇ ਕਿਲੇ ਦੇ ਅੰਦਰ ਇਕੱਠ ਕੀਤਾ ਤੇ ਜਾਇਦਾਦ ਜ਼ਬਤ ਕਰ ਲਈ ਅਤੇ ਜ਼ਿਲ੍ਹੇ ਦਾ ਮਾਲੀਆ ਉਸ ਵਿਧਵਾ ਦੇ ਗੁਜ਼ਾਰੇ ਕਰਨ ਲਈ ਦੇ ਦਿੱਤਾ। ਕਾਹਨ ਸਿੰਘ ਮਿਸਲਾਂ ਦੇ ਬਾਕੀ ਇਸੇ ਇਲਾਕੇ ਨੂੰ ਇਸੇ ਕੰਵਰ ਸਿੰਘ ਤੇ ਖੜਗ ਸਿੰਘ ਨੂੰ ਦੇ ਦੇਣਾ ਕੀਤੇ। ਇਸ ਤੋਂ ਬਾਅਦ 7ਵੀਂ ਮਿਸਲ ਹੈ ਨਕਈ ਮਿਸਲ। ਅਬਦਾਲੀ ਦੇ ਹਮਲਿਆਂ ਦੇ ਛੋਟੇ ਛੋਟੇ ਜਥਿਆਂ ਵਿੱਚ ਵੰਡੇ ਹੋਏ ਸਨ। 29 ਮਾਰਚ 1748 ਨੂੰ ਦਲ ਖਾਲਸਾ ਦੇ ਸਥਾਪਨਾ ਸਮੇਂ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ 11 ਮਿਸਲਾਂ ਨੇ ਸਥਾਪਨਾ ਕੀਤੀ, ਜਿਨ੍ਹਾਂ ਵਿੱਚੋਂ ਨਕਈ ਮਿਸਲ ਇੱਕ ਸੀ। ਸਰਦਾਰ ਹੀਰਾ ਸਿੰਘ ਦਾ ਪੁੱਤਰ ਚੌਧਰੀ ਹੇਮਰਾਜ ਸੰਧੂ ਜੱਟ ਪੜਵਾਲ, ਪਰਗਣਾ ਚੂਨੀਆਂ, ਜ਼ਿਲ੍ਹਾ ਲਾਹੌਰ ਮਿਸਲ ਦਾ ਮਾਲਕ ਸੀ। ਇਸ ਦਾ ਜਨਮ 1706 ਈਸਵੀ ਵਿੱਚ ਹੁੰਦਾ ਹੈ। ਵੱਡਾ ਹੋ ਕੇ ਜਥਿਆਂ ਦੇ ਵਿੱਚ ਭਰਤੀ ਹੋ ਗਿਆ। ਦੇਸ਼ ਕੌਮ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਸੇਵਾਵਾਂ ਨਿਭਾਉਣ ਲੱਗ ਪਿਆ। ਇਸ ਨੇ ਸਰਹੰਦ ਤੇ ਕਸੂਰ ਦੇ ਲੜਾਈਆਂ ਵਿੱਚ ਬੜਾ ਆਪਣਾ ਨਾਮਣਾ ਖੱਟਿਆ। ਉਪਰੰਤ ਇਹਨਾਂ ਨੂੰ ਜਥੇਦਾਰ ਬਣਾ ਦਿੱਤਾ। ਹੌਲੀ ਹੌਲੀ ਦੂਜਿਆਂ ਦੇ ਇਲਾਕਿਆਂ ਵਿੱਚ ਕਬਜ਼ਾ ਕਰਨ ਲੱਗ ਪਏ। 1759 ਈਸਵੀ ਵਿੱਚ ਇਹਨਾਂ ਨੇ ਕਲ ਨਾਕਾਂ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਕਰਮ ਸਿੰਘ ਚੀਮਾ, ਲਾਲ ਸਿੰਘ, ਰੂਪਾ ਸਿੰਘ ਗੱਲਾ, ਲੈਲ ਸਿੰਘ ਵੈੜਾ, ਲਾਲ ਸਿੰਘ ਧੱਬੀ, ਨੱਥਾ ਸਿੰਘ ਧੌਲ ਆਦਿ ਦੇ ਨਾਲ ਆਣ ਕੇ ਮਿਲੇ। ਜਦੋਂ ਮਿਸਲਾਂ ਬਣਨ ਤੋਂ ਬਾਅਦ ਮਿਸਲਾਂ ਦੇ ਇਲਾਕੇ ਮੱਲੇ 1764 ਵਿੱਚ ਨੱਕਾ ਤੇ ਲੰਮਾ ਇਲਾਕਿਆਂ ਦੇ ਵਿੱਚ ਕਬਜ਼ਾ ਕਰ ਲਿਆ, ਜਿਸ ਨੂੰ ਨਕਈ ਮਿਸਲਾਂ ਨਾਲ ਪ੍ਰਸਿੱਧ ਹੋਇਆ। ਇਸ ਮਿਸਲ ਦੇ 8000 ਦੇ ਲਗਭਗ ਘੋੜਸਵਾਰ ਸਨ, ਜਿਨ੍ਹਾਂ ਨੇ ਦੀਪਾਲਪੁਰ, ਕੰਗਨਪੁਰ, ਜੇਠੂਪੁਰਾ, ਖੱਡੀਆਂ, ਮੁਸਤਫਾਬਾਦ, ਸ਼ੇਰਗੜ੍ਹ ਇਲਾਕਿਆਂ ਤੇ ਕਬਜ਼ਾ ਕੀਤਾ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹਨ। 1769 ਵਿੱਚ ਹੀਰਾ ਸਿੰਘ ਨਕਈ ਨੇ ਸ਼ੇਖ ਸ਼ਬਹਾਨ ਖਾਨ ਕੁਰੈਸ਼ੀ ਪਾਕਪਟਨ ਤੇ ਹਮਲਾ ਕਰ ਦਿੱਤਾ। ਉਧਰ ਮੁਸਲਮਾਨ ਵੀ ਇਕੱਠੇ ਹੋ ਗਏ। ਪਾਕਪਟਨ ਦੇ ਦੀਵਾਨ ਹੀਰਾ ਸਿੰਘ ਨੇ ਬੜੀ ਸਖਤ ਲੜਾਈ ਲੜੀ, ਜਿਹਦੇ ਸਰਦਾਰ ਹੀਰਾ ਸਿੰਘ ਨੇ ਗੋਲੀ ਨਾਲ ਮਰ ਗਿਆ। ਨਕਈ ਫੌਜ ਨੇ ਲੜਾਈ ਬਹਿੜਵਾਲ ਵਾਪਸ ਪਰਤ ਆਈ। ਹੀਰਾ ਸਿੰਘ ਦਾ ਲੜਕਾ ਦਲ ਸਿੰਘ ਅਜੇ ਨਾਬਾਲਿਗ ਸੀ, ਜਿਸ ਕਰਕੇ ਹੀਰਾ ਸਿੰਘ ਦੇ ਭਤੀਜਾ ਨਾਹਰ ਸਿੰਘ ਨੂੰ ਮਿਸਲ ਦਾ ਸਰਦਾਰ ਬਣਾਇਆ। ਨਾਹਰ ਸਿੰਘ 9 ਮਹੀਨੇ ਮਿਸਲ ਦਾ ਸਰਦਾਰ ਰਿਹਾ। ਆਖਿਰ ਕੋਟ ਕਮਾਲੀਆ ਦੇ ਖਰਲਾ ਨਾਲ ਲੜਾਈ ਵਿੱਚ ਮਾਰਿਆ ਗਿਆ। ਨਾਹਰ ਸਿੰਘ ਤੋਂ ਬਾਅਦ ਉਹਨਾਂ ਭਰਾ ਰਣ ਸਿੰਘ ਮਿਸਲਦਾਰ ਬਣਿਆ। ਇਸ ਮਿਸਲ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਸਾਬਿਤ ਹੋਇਆ, ਜਿਸ ਨੇ ਬੁੱਚੋ ਕੇ, ਫਰੀਦਾਬਾਦ, ਜੇਠਪੁਰਾ, ਸ਼ੱਕਰਪੁਰਾ ਤੇ ਗੁਰੇਰਾ ਇਲਾਕਿਆਂ ਦੇ ਵਿੱਚ ਕਬਜ਼ਾ ਹੇਠ ਕਰ ਲਿਆ।
ਇੰਜ 9 ਲੱਖ ਰੁਪਏ ਸਾਲਾਨਾ ਇਲਾਕਾ ਵਿੱਚ ਮਿਸਲਾਂ ਦੇ ਅਧੀਨ ਆਮਦਨ ਵਾਲਾ ਜਿੱਤ ਲਿਆ। ਇਸ ਮਿਸਲ ਦਾ ਸਾਥੀ ਸਰਦਾਰ ਕਰਮ ਸਿੰਘ, ਵਜ਼ੀਰ ਸਿੰਘ, ਲਾਲ ਸਿੰਘ, ਰੂਪਾ ਸਿੰਘ, ਇਹਨਾਂ ਵਿੱਚੋਂ ਕਰਮ ਸਿੰਘ ਤੇ ਵਜ਼ੀਰ ਸਿੰਘ ਦੋਵਾਂ ਪ੍ਰਸਿੱਧ ਹੋਏ। ਕੋਟ ਕਮਾਲੀਆ ਵਿੱਚੋਂ ਕੁਝ ਹਿੱਸਾ ਕਰਮ ਸਿੰਘ ਦੇ ਕਬਜ਼ੇ ਵੀ ਆਇਆ। ਕਰਮ ਸਿੰਘ, ਵਜ਼ੀਰ ਸਿੰਘ ਸਮਦਵਾਲ ਨੂੰ ਰਾਜਧਾਨੀ ਬਣਾ ਲਿਆ। ਜਦੋਂ ਰਣ ਸਿੰਘ ਰਾਜਧਾਨੀ ਬਹਿੜਵਾਲ ਸੀ, ਕਰਮ ਸਿੰਘ ਤੇ ਰਣ ਸਿੰਘ ਵਾਪਸ ਲਗਭਗ ਲੜਦੇ ਰਹਿੰਦੇ ਸਨ। ਕਰਮ ਸਿੰਘ 1780 ਵਿੱਚ ਮੌਤ ਹੁੰਦੀ ਹੈ, ਜਿਸ ਦੇ ਨਾਲ ਇਲਾਕੇ ਵਿੱਚ ਸਰਦਾਰ ਇਸ ਦਾ ਭਰਾ ਵਜ਼ੀਰ ਬਣ ਗਿਆ ਸੀ ਤੇ ਵਜ਼ੀਰ ਬਣਨ ਦੇ ਨਾਲ 1781 ਵਿੱਚ ਸਵਰਗਵਾਸ ਹੋ ਗਿਆ। ਪੁੱਤਰ ਭਗਵਾਨ ਸਿੰਘ ਮਿਸਲਦਾਰ ਥਾਪਿਆ, ਪਰ ਜਾਇਦਾਦ ਸਾਂਭਣ ਲਈ ਅਸਮਰੱਥ ਰਿਹਾ। ਵਜ਼ੀਰ ਸਿੰਘ ਨੇ ਕਾਫੀ ਇਲਾਕਾ ਦੱਬ ਲਿਆ। ਭਗਵਾਨ ਸਿੰਘ ਨੇ ਆਪਣੀ ਭੈਣ ਨਾਲ ਰਿਸ਼ਤਾ ਮਾਹ ਸਿੰਘ ਦਾ ਕਰ ਦਿੱਤਾ। ਮਾਹ ਸਿੰਘ ਨੇ ਆਪਣੇ ਲੜਕੇ ਵਜ਼ੀਰ ਸਿੰਘ ਨਾਲ ਰਣਜੀਤ ਸਿੰਘ ਜੀ ਦੇ ਨਾਲ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰਾ ਇਲਾਕਾ ਦੱਬ ਲਿਆ। ਇਸ ਇਲਾਕੇ ਨੂੰ ਵਜ਼ੀਰ ਸਿੰਘ ਤੋਂ ਛੁਡਵਾ ਦਿੱਤਾ। ਮਾਹ ਸਿੰਘ ਨੇ ਭਗਵਾਨ ਸਿੰਘ ਨੂੰ ਵਜ਼ੀਰ ਸਿੰਘ ਨੂੰ ਅੰਮ੍ਰਿਤਸਰ ਬੁਲਾ ਕੇ ਸੁਲਾਹ ਕਰਵਾ ਦੇਣਾ ਕੀਤੀ। ਜਦੋਂ ਸੁਲਾਹ ਹੋਈ 1784 ਵਿੱਚ ਕਨ੍ਹਈਆ ਜੈ ਸਿੰਘ ਵਿਰੁੱਧ ਲੜਦਿਆਂ ਮਾਹ ਸਿੰਘ ਸ਼ੁਕਰਚੱਕੀਆ ਵਜ਼ੀਰ ਸਿੰਘ ਨੂੰ ਮਦਦ ਦੇ ਨਾਲ ਜੈ ਸਿੰਘ ਨਾਲ ਹਰਾ ਦਿੱਤਾ। ਭਗਵਾਨ ਸਿੰਘ ਤੇ ਵਜ਼ੀਰ ਖਾਂ ਨੂੰ ਆਪਸ ਚ ਲੜ ਪਏ। ਵਜ਼ੀਰ ਖਾਂ ਹੱਥੋਂ ਭਗਵਾਨ ਸਿੰਘ ਮਾਰਿਆ ਗਿਆ। 1785 ਦਾ ਵਾਕਿਆ ਹੈ ਕਿ ਭਗਵਾਨ ਸਿੰਘ ਦੀ ਮੌਤ ਬਾਅਦ ਗਿਆਨ ਸਿੰਘ ਮਿਸਲ ਦਾ ਸਰਦਾਰ ਬਣਿਆ। ਇਸ ਤੋਂ ਥੋੜੀ ਦੇਰ ਬਾਅਦ ਸਰਦਾਰ ਹੀਰਾ ਸਿੰਘ ਨਕਾਈ ਦਾ ਪੁੱਤਰ ਦਲ ਸਿੰਘ ਮੈਦਾਨ ਵਿੱਚ ਆ ਗਿਆ ਤੇ ਆਪਣੇ ਪਿਤਾ ਦੀ ਮੌਤ ਸਮੇਂ ਨਾਬਾਲਿਗ ਸੀ। ਦਲ ਸਿੰਘ ਵਜ਼ੀਰ ਸਿੰਘ ਮੁੜ ਲੜਾਈ ਸ਼ੁਰੂ ਹੋ ਗਈ। ਦਲ ਸਿੰਘ ਵਜ਼ੀਰ ਸਿੰਘ ਨੂੰ ਕਤਲ ਕਰ ਦਿੱਤਾ ਤੇ ਮਹਾਰਾਜਾ ਸਿੰਘ ਤੇ ਸੱਤਾ ਵਿੱਚ ਆਉਣ ਦੇ ਨਾਲ ਸਲਤਨਤ ਕਾਫੀ ਪ੍ਰਭਾਵਿਤ ਹੋਈ। ਨਕਾਈ ਖਾਨਦਾਨ ਦਾ ਕਾਫੀ ਇਲਾਕਾ ਖਾਲਸਾ ਰਾਜ ਦੇ ਅਧੀਨ ਮਿਲ ਗਿਆ। 1807 ਈਸਵੀ ਵਿੱਚ ਗਿਆਨ ਸਿੰਘ ਦੀ ਮੌਤ ਹੋਈ। ਉਸਦਾ ਪੁੱਤਰ ਕਾਹਨ ਸਿੰਘ ਨੂੰ ਬੜਵਾਲ ਵਿੱਚ 15,000 ਦੀ ਜ਼ਗੀਰ ਦਿੱਤੀ ਗਈ ਤੇ ਖਜ਼ਾਨ ਸਿੰਘ ਜੋ ਕਾਹਨ ਸਿੰਘ ਦੇ ਚਾਚਾ ਸੀ, ਨਾਨਕਕੋਟ ਦਾ ਇਲਾਕਾ ਦਿੱਤਾ ਗਿਆ। ਕਾਹਨ ਸਿੰਘ ਦੇ 4 ਲੜਕੇ ਸਨ, ਚਤਰ ਸਿੰਘ, ਅਤਰ ਸਿੰਘ, ਹੁਕਮ ਸਿੰਘ ਤੇ ਈਸ਼ਰ ਸਿੰਘ। ਅਤਰ ਸਿੰਘ ਨੂੰ ਮੁਲਤਾਨ ਸਮੇਂ ਲੜਾਈ ਸਮੇਂ ਦੁਸ਼ਮਣ ਨਾਲ ਮਾਰਿਆ ਗਿਆ। ਕਾਹਨ ਸਿੰਘ ਬੁਢੇਪੇ ਨੂੰ ਵੇਖਦੇ ਹੋਏ 15,000 ਸਾਲਾਨਾ ਜ਼ਗੀਰ ਦਿੱਤੀ ਗਈ। ਪਰਗਣਾ ਬਹਿੜਵਾਲ ਉੱਥੋਂ ਦਾ ਮੈਜਿਸਟ੍ਰੇਟ ਇਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ। 1874 ਵਿੱਚ ਕਾਹਨ ਸਿੰਘ ਸਵਰਗਵਾਸ ਹੋ ਗਿਆ। ਉਹਨਾਂ ਲੜਕਾ ਚਤਰ ਸਿੰਘ ਅੱਗੇ ਵਧਿਆ। ਇਹ ਤੋਂ 1875 ਈਸਵੀ ਸਵਰਗਵਾਸ ਹੋ ਗਿਆ। ਉਸ ਉਪਰੰਤ ਮਿੰਟ ਗੁਮਰੀ ਜ਼ਿਲ੍ਹੇ ਵਿੱਚ ਖਾਨਦਾਨ ਦਾ ਸਰਦਾਰ ਰਣਜੋਤ ਸਿੰਘ ਬਣਿਆ, ਜਿਸ ਕੋਲ 7400 ਦੀ ਜ਼ਗੀਰ, 1400 ਘੁਮਾ ਜ਼ਮੀਨ ਅਤੇ ਬਾਅਦ ਵਿੱਚ ਪਰਿਵਾਰ ਦੇ ਦੂਸਰੇ ਵਾਰਸ ਈਸ਼ਰ ਸਿੰਘ, ਅਤਰ ਸਿੰਘ, ਠਾਕੁਰ ਸਿੰਘ ਤੇ ਲਹਿਣਾ ਸਿੰਘ ਵਿੱਚ ਵੰਡੀ ਗਈ। ਸਰਦਾਰ ਰਣਜੋਤ ਸਿੰਘ ਅੱਗੇ ਨਾਰਾਇਣ ਸਿੰਘ, ਫਿਰ ਹਰਦਿਆਲ ਸਿੰਘ ਸਰਦਾਰ ਬਣਿਆ, ਜੋ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜ਼ਮੀਨ ਉਹਨਾਂ ਨੂੰ ਅਲਾਟ ਹੋਈ। ਉਹ ਪਰਿਵਾਰ ਅੱਜ ਵੀ ਉਸ ਜਗ੍ਹਾ ਦੇ ਉੱਤੇ ਰਹਿ ਰਹੇ ਹਨ। ਇਹ ਸੀ 7 ਮਿਸਲਾਂ ਦੀ ਅਸੀਂ ਅੱਜ ਗੱਲ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਅਸੀਂ ਅਗਲੀ ਕਲਾਸ ਦੇ ਵਿੱਚ ਜਿਹੜੀਆਂ ਬਾਕੀ ਰਹਿੰਦੀਆਂ ਹੋਈਆਂ ਮਿਸਲਾਂ ਨੇ, ਬਾਕੀ 6 ਮਿਸਲਾਂ ਅਜੇ ਬਾਕੀ ਆ, ਉਹਨਾਂ ਦੇ 4 ਮਿਸਲਾਂ ਬਾਕੀ ਨੇ, ਉਹਦੇ ਵਿਚਾਰ ਫਿਰ ਅੱਗੇ ਕੀਤੀ ਜਾਵੇਗੀ, ਕਿਉਂਕਿ ਇਤਿਹਾਸ ਜਿਹੜਾ ਹੈ ਕਾਫੀ ਲੰਬੇਰਾ ਹੈ। ਹਰੇਕ ਦੇ ਮਿਸਲ ਦੀ ਅਜੇ ਪੂਰਨ ਤੌਰ ਦੇ ਉੱਤੇ ਖੁੱਲ ਕੇ ਵਿਚਾਰ ਵੀ ਨਹੀਂ ਹੋ ਪਾਈ। ਸਿਰਫ ਕੇਵਲ ਛੋਟਾ ਹੀ ਡਾਟੇ ਦੇ ਰੂਪ ਦੇ ਵਿੱਚ ਜੋ ਇਕੱਤਰਤ ਕੀਤਾ ਸੀ, ਉਹ ਆਪ ਜੀ ਨਾਲ ਸਾਂਝ ਪਾਈ ਹੈ ਕਿ ਕਿਵੇਂ ਮਿਸਲ ਦਾ ਕਿਹੜਾ ਮਿਸਲਦਾਰ ਸੀ, ਉਹ ਕਦੋਂ ਗੱਦੀ ਤੇ ਬੈਠਾ ਤੇ ਕਿਹੜੇ ਇਲਾਕਿਆਂ ਦੇ ਵਿੱਚੋਂ ਬੈਠਾ, ਉਹਨਾਂ ਦੇ ਪ੍ਰਤੀ ਗੱਲ ਕੀਤੀ ਸੀ। ਸੋ ਵਿਚਾਰਾਂ ਕਰਦਿਆਂ ਹੋਇਆਂ ਇਤਿਹਾਸ 'ਚ ਕਈ ਵਾਧੇ ਘਾਟੇ ਹੁੰਦੇ ਨੇ। ਜੋ ਜਿੱਥੋਂ ਤੱਕ ਸਾਡੇ ਕੋਲ ਕੋਸ਼ਾਂ ਦਾ ਜਾਣਕਾਰੀ ਪ੍ਰਾਪਤ ਹੋਈ ਹੈ, ਉਹ ਆਪ ਜੀ ਨਾਲ ਸਾਂਝੀ ਕੀਤੀ ਹੈ। ਸੋ ਵਿਚਾਰਾਂ ਦੀ ਸਾਂਝ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।